ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ, ਆਪ ਸਾਰੇ ਬਹੁਤ ਕਮੈਂਟ ਕਰਦੇ ਹੋ ਕਿ ਪੰਜਾਬ ਜੀਕੇ ਦੀ ਸੀਰੀਜ਼ ਰਿਜ਼ਿਊਮ ਕੀਤੀ ਜਾਵੇ। ਤਾਂ ਅੱਜ ਬੜੀ ਮਿਹਨਤ ਤੋਂ ਬਾਅਦ ਤੇ ਬੜਾ ਟਾਈਮ ਕੱਢ ਕੇ ਤੁਹਾਡੇ ਵਾਸਤੇ ਉਹਦਾ ਨੈਕਸਟ ਪਾਰਟ ਲੈ ਕੇ ਆਏ ਹਾਂ ਰਾਜੇ। ਇਸ ਤੋਂ ਪਹਿਲਾਂ ਆਪਣੇ 7 ਪਾਰਟ ਆ ਚੁੱਕੇ ਆ, ਜਿਹਦੇ ਵਿੱਚ ਆਪਾਂ ਸਿੱਖ ਇਤਿਹਾਸ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਪੜ੍ਹਿਆ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਪੜ੍ਹੀ ਆਪਾਂ, ਤੇ ਇਸ ਤੋਂ ਬਾਅਦ ਕਿਵੇਂ ਦਲ ਖਾਲਸਾ ਦਾ ਕੀ ਹੋਇਆ, ਜਨਮ ਹੋਇਆ। ਠੀਕ ਹੈ ਜੀ, ਇਹ ਸਾਰਾ ਕੁਝ ਆਪਾਂ ਪੜ੍ਹਿਆ। ਛੋਟਾ ਘੱਲੂਘਾਰਾ ਕਿਵੇਂ ਵਾਪਰਿਆ, ਵੱਡਾ ਘੱਲੂਘਾਰਾ ਕਿਵੇਂ ਵਾਪਰਿਆ, ਤੇ ਦਲ ਖਾਲਸਾ ਦਾ ਅੰਤ ਕਿਵੇਂ ਹੋਇਆ, ਇਹ ਲਾਸਟ ਤੱਕ ਆਪਾਂ ਸਭ ਕੁਝ ਕੀਤਾ ਸੀ ਬਹੁਤ ਹੀ ਡਿਟੇਲ ਦੇ ਵਿੱਚ। ਤੇ ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਬੇਟਾ, ਤੁਹਾਨੂੰ ਜੇ ਤੁਸੀਂ ਇਹ ਸੀਰੀਜ਼ ਨੂੰ ਧਿਆਨ ਨਾਲ ਦੇਖ ਲੈਂਦੇ ਹੋ, ਕਿਉਂਕਿ ਇਹਦੇ ਵਿੱਚ ਮੈਂ ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ, ਤੁਹਾਨੂੰ ਕਹਾਣੀ ਵਾਂਗੂ ਸੁਣਾਇਆ। ਕਿਉਂਕਿ ਜਿਹੜੀਆਂ ਕਹਾਣੀਆਂ ਹੁੰਦੀਆਂ, ਫਿਲਮਾਂ ਹੁੰਦੀਆਂ, ਆਪਾਂ ਨੂੰ ਯਾਦ ਰਹਿ ਜਾਂਦੀਆਂ। ਵੈਸੇ ਤਾਂ ਇਹ ਬਹੁਤ ਅਣਮੁੱਲਾ ਇਤਿਹਾਸ ਹੈ ਆਪਣਾ ਸਿੱਖ ਇਤਿਹਾਸ, ਤੇ ਇਹਨੂੰ ਯਾਦ ਕਰਨ ਦੀ ਜ਼ਰੂਰਤ ਤਾਂ ਹੈ ਹੀ ਨਹੀਂ, ਆਪਾਂ ਸਮਝਣ ਦੀ ਜ਼ਰੂਰਤ ਹੈ। ਤੇ ਦੂਜਾ ਮੇਰੀ ਇਹ ਕੋਸ਼ਿਸ਼ ਹੈ ਕਿ ਕਈ ਬੁੱਕਸ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਜਿਹਦਾ ਖਮਿਆਜਾ ਸਟੂਡੈਂਟ ਨੂੰ ਭੁਗਤਣਾ ਪੈਂਦਾ ਐਗਜ਼ਾਮ ਦੇ ਵਿੱਚ ਜਾ ਕੇ। ਤਾਂ ਇਹਦੇ ਵਿੱਚ ਮੈਂ ਬਹੁਤ ਸਾਰੇ ਸੋਰਸਿਸ ਦੇ ਉੱਪਰ ਸਟੱਡੀ ਕਰਕੇ ਤੁਹਾਡੇ ਵਾਸਤੇ ਡਾਟਾ ਇਕੱਠਾ ਕਰਕੇ ਲੈ ਕੇ ਆਉਣਾ। ਤਾਂ 101% ਗਰੰਟੀ ਦੇ ਨਾਲ ਇਹ ਐਕੂਰੇਟ ਡਾਟਾ ਹੈ, ਤਾਂ ਤੁਹਾਨੂੰ ਆਸੇ-ਪਾਸੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਬਟ ਇਹ ਹੈ ਵੀ ਟਾਈਮ ਜ਼ਰੂਰ ਲੱਗਦਾ, ਕਿਉਂਕਿ ਤੁਹਾਨੂੰ ਪਤਾ ਰਾਜੇ ਟੀਮ ਨਹੀਂ ਹੈ ਮੇਰੇ ਕੋਲੇ, ਮੈਂ ਇਕੱਲਾ ਹੀ ਕੰਮ ਕਰਦਾ। ਪਰ ਕੋਸ਼ਿਸ਼ ਹੈ ਕਿ ਤੁਹਾਨੂੰ ਇਹ ਸੀਰੀਜ਼ ਜਿਹੜੀ ਹੈਗੀ ਹੈ ਕੋਆਪਰੇਟਿਵ ਇੰਸਪੈਕਟਰ ਤੋਂ ਪਹਿਲਾਂ ਪਹਿਲਾਂ ਪੂਰੀ ਕਰਾਈ ਜਾਊਗੀ। ਪੂਰਾ ਜਿਹੜਾ ਆਪਣਾ ਪੰਜਾਬ ਜੀਕੇ ਦਾ ਸਿੱਖ ਇਤਿਹਾਸ ਹੈ, ਜਾਂ ਫਿਰ ਜਿਹੜਾ ਜਿਓਗ੍ਰਾਫੀ ਹੈ, ਜਾਂ ਫਿਰ ਕੋਈ ਜਿਹੜੀਆਂ ਸਕੀਮਸ ਹੈ ਪੰਜਾਬ ਦੇ ਵਿੱਚ ਚੱਲਦੀਆਂ, ਤਾਂ ਸਾਰਾ ਕੁਝ ਕਰਾਂਗੇ ਆਪਾਂ ਬਹੁਤ ਵਧੀਆ ਢੰਗ ਦੇ ਨਾਲ। ਤੁਹਾਡਾ ਫਰਜ਼ ਕੀ ਹੈ ਰਾਜੇ? ਮੈਨੂੰ ਮੈਸੇਜ ਆਏ ਸੀ ਬਹੁਤ ਸਾਰੇ ਕਿ ਸਰ ਪੇਡ ਕਰ ਦਿਓ। ਦੇਖੋ ਹਰੇਕ ਚੀਜ਼ ਪੇਡ ਨਹੀਂ ਕੀਤੀ ਜਾਂਦੀ ਹੁੰਦੀ, ਮੈਂ ਤੁਹਾਨੂੰ ਕਹਿਣਾ ਹੁੰਦਾ, ਤੇ ਹਰੇਕ ਚੀਜ਼ ਫ੍ਰੀ ਨਹੀਂ ਹੁੰਦੀ ਗੀ। ਤਾਂ ਇਹ ਫ੍ਰੀ ਸਟਾਰਟ ਕੀਤੀ ਸੀ ਔਰ ਫ੍ਰੀ ਹੀ ਰਹੂਗੀ ਤੁਹਾਨੂੰ, ਔਰ 101% ਉਵੇਂ ਮਿਲੂਗੀ ਜਿਵੇਂ ਪੇਡ ਦੇ ਵਿੱਚ ਮੈਂ ਕਰਵਾਉਂਗਾ। ਤਾਂ ਤੁਸੀਂ ਇਹਨੂੰ ਚਾਹੇ ਕੰਪੈਰੀਜ਼ਨ ਕਰ ਸਕਦੇ ਹੋ ਕਿਸੇ ਵੀ ਪੇਡ ਕੋਰਸ ਦੇ ਨਾਲ, ਕਿਸੇ ਹੋਰ ਅਕੈਡਮੀ ਦੇ ਉੱਪਰ ਜੋ ਚੱਲ ਰਿਹਾ, ਤਾਂ ਤੁਹਾਨੂੰ ਇਹਦੇ ਵਿੱਚ 101% ਐਕੂਰੇਸੀ ਮਿਲੂਗੀ। ਤਾਂ ਤੁਹਾਡਾ ਕੰਮ ਕੀ ਹੈ? ਬਸ ਤੁਸੀਂ ਮੇਰਾ ਬੇਟੇ ਸਾਥ ਦੇਣਾ, ਲਾਈਕ ਕਰ ਦੇਣੀ ਹੈ, ਵੀਡੀਓ ਨੂੰ ਸ਼ੇਅਰ ਕਰ ਦੇਣੀ ਹੈ। ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਕੀ ਕਰ ਲਓ, ਸਬਸਕ੍ਰਾਈਬ ਕਰ ਲਓ। ਤਾਂ ਲਾਸਟ ਟਾਈਮ ਦੇਖੋ ਆ ਸਾਰੀ ਮੈਂ ਜਿਹੜੀ ਕਰਾਇਆ ਹੋਇਆ ਤੁਹਾਨੂੰ ਛੋਟਾ ਘੱਲੂਘਾਰਾ ਵਗੈਰਾ ਕਰਾਇਆ ਸੀਗਾ, ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ 20 ਅਕਤੂਬਰ 1773 ਨੂੰ ਕੀ ਹੋ ਜਾਂਦਾ ਹੈ ਜੀ, ਆਪਣੇ ਜਿਹੜੇ ਜੱਸਾ ਸਿੰਘ ਆਹਲੂਵਾਲੀਆ ਜੀ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਉਹਨਾਂ ਦੇ ਦੇਹਾਂਤ ਹੋਣ ਦੇ ਨਾਲ ਕੀ ਹੁੰਦਾ ਜੀ, ਆਪਣੇ ਜਿਹੜਾ ਦਲ ਖਾਲਸਾ ਹੈਗਾ ਜੀ, ਦਲ ਖਾਲਸਾ ਦਾ ਕੀ ਹੋ ਜਾਂਦਾ, ਅੰਤ ਹੋ ਜਾਂਦਾ ਹੈ। ਠੀਕ ਹੈ ਜੀ, ਪੂਰਨ ਰੂਪ ਦੇ ਵਿੱਚ ਅੰਤ ਹੋ ਜਾਂਦਾ। ਹੁਣ ਉਸ ਤੋਂ ਬਾਅਦ ਹੁੰਦਾ ਕੀ ਹੈ, ਦਲ ਖਾਲਸਾ ਦੇ ਵਿੱਚ ਬੇਸਿਕਲੀ ਹੈ ਕੀ ਸੀ, ਆਪਣੇ ਕੋਲੇ 12 ਮਿਸਲਾਂ ਸੀਗੀਆਂ, ਜਿਹਦੇ ਵਿੱਚ 11 ਮਿਸਲਾਂ ਇਕੱਠੀਆਂ ਕੰਮ ਕਰਦੀਆਂ ਸੀਗੀਆਂ, ਤਾਂ ਇੱਕ ਮਿਸਲ ਜਿਹੜੀ ਸੀਗੀ ਉਹ ਰਾਜੇ ਐਂਟੀ ਕੰਮ ਕਰਦੀ ਸੀ। ਬਟ ਹੁਣ ਆਪਾਂ ਪੜਾਂਗੇ ਜੀ ਸਿੱਖ ਮਿਸਲਾਂ, ਇਹ ਇਹਨਾਂ ਦਾ ਅਫੀਸ਼ੀਅਲ ਫਲੈਗ ਹੈ, ਤੇ ਜਿਹੜਾ ਮੋਟੋ ਸੀਗਾ ਦੇਗ ਤੇਗ ਫਤਿਹ। ਠੀਕ ਹੈ ਜੀ, ਤਾਂ ਇਹਦੀ ਮੇਨ ਰਾਜਧਾਨੀ ਸੀਗੀ ਅੰਮ੍ਰਿਤਸਰ, ਕਿਉਂਕਿ ਜਿਹੜਾ ਸਰਬੱਤ ਖਾਲਸਾ ਦਾ ਇਕੱਠ ਹੁੰਦਾ ਸੀ ਰਾਜੇ, ਉਹ ਅੰਮ੍ਰਿਤਸਰ ਵਿਖੇ ਹੀ ਹੁੰਦਾ ਸੀਗਾ। ਤੇ ਅੱਜ ਆਪਾਂ ਪੜਾਂਗੇ ਜੀ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਜੀਵਨੀ ਹੈ, ਤੇ ਉਹ ਅੱਜ ਪਹਿਲਾ ਪਾਰਟ ਹੋਊਗਾ। ਉਸ ਤੋਂ ਅਗਲਾ ਪਾਰਟ ਫੇਰ ਆਊਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ। ਚਲੋ ਜੀ ਸਟਾਰਟ ਕਰਦੇ ਆਪਾਂ ਸਿੱਖ ਮਿਸਲਾਂ, ਜਿੱਥੋਂ ਕੁਐਸਚਨ ਆਉਂਦੇ ਆ ਪੰਜਾਬ ਦੇ ਵਿੱਚ। ਸਿੱਖ ਮਿਸਲਾਂ ਦੇ ਵਿੱਚ ਆਪਾਂ ਪਹਿਲੀ ਗੱਲ ਇਹ ਸਮਝਦੇ ਹਾਂ ਕਿ ਜਿਹੜਾ ਸਿੱਖ ਮਿਸਲ ਹੈ, ਮਿਸਲ ਦਾ ਭਾਵ ਕੀ ਹੈ। ਜੇ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਾਂ ਰਾਜੇ, ਜਿਹੜੀ ਸਿੱਖ ਮਿਸਲ ਹੈ, ਮਿਸਲ ਦਾ ਭਾਵ ਹੈਗਾ ਕੋਈ ਸੰਸਥਾ ਕਹਿ ਲਓ, ਕੋਈ ਸੰਗਠਨ ਕਹਿ ਲਓ, ਕੋਈ ਗਰੁੱਪ ਕਹਿ ਲਓ, ਕੋਈ ਆਰਗੇਨਾਈਜੇਸ਼ਨ ਕਹਿ ਲਓ। ਠੀਕ ਹੈ ਜੀ, ਤਾਂ ਮਿਸਲ ਦਾ ਮਤਲਬ ਕੀ ਹੈ ਕਿ ਕੋਈ ਗਰੁੱਪ ਹੈ। ਠੀਕ ਹੈ, ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਇਹਦੇ ਵਿੱਚ ਕਹਿੰਦਾ ਜਿਹੜਾ ਸਿੱਖ ਮਿਸਲ ਹੈ ਜੀ, ਸਿੱਖ ਮਿਸਲ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਹ ਕਾਰਨ ਕੀ ਹੈ ਕਿ ਜਿਹੜਾ ਆਪਣਾ ਸਿੱਖ ਰਾਜ ਸਥਾਪਿਤ ਹੋਇਆ ਸੀਗਾ, ਉਹ ਇਹ ਮਿਸਲਾਂ ਤੋਂ ਹੀ ਸਟਾਰਟ ਹੋਇਆ ਸੀਗਾ। ਤਾਂ ਜਿਹੜਾ ਕਹਿੰਦਾ ਜੀ ਸਿੱਖ ਰਾਜ ਦੀ ਜਿਹੜੀ ਸ਼ੁਰੂਆਤ ਹੈਗੀ ਹੈ ਜੀ, ਇਹ ਸਿੱਖ ਮਿਸਲਾਂ ਦੇ ਹੋਂਦ ਦੇ ਆਉਣ ਨਾਲ ਹੀ ਹੋਈ ਸੀਗੀ। ਤਾਂ ਇਹ ਆਪੇ ਅੱਗੇ ਜਾ ਕੇ ਦੇਖਾਂਗੇ ਵੀ ਕਿਵੇਂ ਇਹ ਸਿੱਖ ਮਿਸਲਾਂ ਇਕੱਠੀਆਂ ਹੋਣਗੀਆਂ ਤੇ ਕਿਵੇਂ ਇੱਕ ਖਾਲਸਾ ਜਿਹੜਾ ਰਾਜ ਹੈ ਸਥਾਪਿਤ ਹੋਊਗਾ। ਆਪਾਂ ਅਗਰ ਗੱਲ ਕਰੀਏ, ਕਹਿੰਦਾ ਜੀ ਜ਼ਕਰੀਆ ਖਾਨ ਨੇ ਕਹਿੰਦਾ 2 ਦਹਾਕਿਆਂ ਤੋਂ ਵੱਧ ਕੀ ਕੀਤੇ ਨੇ, ਜ਼ੁਲਮ ਕੀਤੇ ਨੇ, ਕਿਹਦੇ ਉੱਪਰ? ਸਿੱਖ ਲੀਡਰਾਂ ਦੇ ਉੱਪਰ। ਠੀਕ ਹੈ ਜੀ, ਪਰ ਸਿੱਖ ਲੀਡਰਾਂ ਦੇ ਵਿੱਚ ਇੱਕ ਵਿਸ਼ਵਾਸ ਸੀਗਾ, ਇੱਕ ਨਿਡਰਤਾ ਸੀਗੀ, ਇੱਕਜੁੱਟ ਦੀ ਭਾਵਨਾ ਸੀਗੀ। ਤਾਂ ਇਹ ਜਦੋਂ ਜਿੰਨੇ ਜ਼ੁਲਮ ਕਰਦਾ ਸੀਗਾ, ਉਨਾ ਹੀ ਇਹਨਾਂ ਦਾ ਇਰਾਦਾ ਕੀ ਹੋ ਰਿਹਾ ਸੀਗਾ, ਦ੍ਰਿੜ ਹੋ ਰਿਹਾ ਸੀਗਾ ਸਿੱਖ ਲੀਡਰਾਂ ਦਾ। ਠੀਕ ਹੈ ਜੀ, ਤੁਹਾਨੂੰ ਮੈਂ ਦੱਸਿਆ ਦੇਖੋ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਕਿੰਨੇ ਜ਼ਿਆਦਾ ਜ਼ੁਲਮ ਹੋਏ ਸਿੱਖਾਂ ਦੇ ਉੱਪਰ, ਕਿੰਨਾ ਘਾਣ ਕੀਤਾ ਗਿਆ ਸਿੱਖਾਂ ਦਾ, ਕਿੰਨੇ ਗਿਣਤੀ ਦੇ ਵਿੱਚ ਸਿੱਖਾਂ ਨੂੰ ਕੀ ਕੀਤਾ ਗਿਆ, ਕਤਲੇਆਮ ਕੀਤਾ ਗਿਆ। ਪਰ ਫਿਰ ਵੀ ਉਸ ਦੇ ਵਿਰੁੱਧ ਲੜਨ ਵਾਸਤੇ ਸਿੱਖਾਂ ਦੇ ਵਿੱਚ ਹਜੇ ਵੀ ਭਾਵਨਾ ਹੈਗੀ ਹੈ, ਹਜੇ ਵੀ ਕੀ ਹੈ, ਸ਼ਕਤੀ ਹੈਗੀ ਹੈ, ਹਜੇ ਵੀ ਇਕਜੁੱਟ ਦੀ ਭਾਵਨਾ ਹੈ। ਠੀਕ ਹੈ, ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਜੇ ਆਪਾਂ ਨੈਕਸਟ ਗੱਲ ਕਰੀਏ ਰਾਜੇ, ਨੈਕਸਟ ਕੀ ਹੈ ਜੀ, ਕਹਿੰਦਾ ਜੀ ਵੱਖ-ਵੱਖ ਸੰਸਥਾਵਾਂ ਨੂੰ ਕਹਿੰਦਾ ਮਿਸਲਾਂ ਹੇਠ ਇਕੱਠਾ ਕਰ ਲਿਆ ਗਿਆ। ਤਾਂ ਮਿਸਲਾਂ ਦੇ ਵਿੱਚ ਕੀ ਸੀਗਾ, ਜਿਹੜੇ ਅਲੱਗ-ਅਲੱਗ ਗਰੁੱਪ ਤੁਰੇ ਫਿਰਦੇ ਸੀ ਉਹਨਾਂ ਨੂੰ ਇਕੱਠਾ ਕੀਤਾ ਗਿਆ, ਕਿਉਂਕਿ ਕਹਿੰਦੇ ਆ ਸਿਆਣੇ, ਕਹਿੰਦੇ ਆ ਇੱਕ ਤੇ ਇੱਕ 11 ਹੁੰਦੇ ਆ।
ਤਾਂ ਇਕੱਲਾ ਬੰਦਾ ਕਹਿੰਦਾ ਕੁਝ ਵੀ ਨਹੀਂ ਕਰ ਸਕਦਾ। ਜੇ ਇੱਕ ਦੇ ਨਾਲ ਇੱਕ ਹੋ ਜਾਵੇ ਤਾਂ ਉਹ ਕੀ ਬਣ ਜਾਂਦੇ ਨੇ, 11 ਬਣ ਜਾਂਦੇ ਨੇ, ਮਤਲਬ ਕਿ ਤਾਕਤ ਦੁੱਗਣੀ ਹੋ ਜਾਂਦੀ ਹੈ। ਤਾਂ ਇਸ ਤੋਂ ਬਾਅਦ ਆਪਾਂ ਦੇਖੀਏ ਜੀ, ਸਾਰੀਆਂ ਜਿਹੜੀਆਂ ਮਿਸਲਾਂ ਸੀਗੀਆਂ ਰਾਜੇ, ਉਹਨੂੰ ਇਕੁਅਲ ਸਮਝਿਆ ਜਾਂਦਾ ਸੀਗਾ, ਬਰਾਬਰ ਸਮਝਿਆ ਜਾਂਦਾ ਸੀਗਾ। ਤੇ ਇਹ ਜਿਹੜੀਆਂ ਮਿਸਲਾਂ ਹੈਗੀਆਂ ਨੰਬਰ ਦੇ ਵਿੱਚ ਕਿੰਨੀਆਂ ਸੀਗੀਆਂ, 12 ਮਿਸਲਾਂ ਸੀਗੀਆਂ। ਇਹ ਯਾਦ ਰੱਖਣਾ, ਕਿੰਨੀਆਂ ਮਿਸਲਾਂ ਸੀਗੀਆਂ, 12 ਮਿਸਲਾਂ ਸੀਗੀਆਂ। ਠੀਕ ਹੈ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ, ਮਿਸਲਾਂ ਦੇ ਵਿੱਚ ਕੀ ਸੀਗਾ ਜੀ, ਇਹ ਮਿਸਲਾਂ ਦੇ ਵਿੱਚ ਕੁਝ ਮਿਸਲਾਂ ਦੇ ਵਿੱਚ ਕੀ ਹੈ, ਗਿਣਤੀ ਘੱਟ ਹੋ ਸਕਦੀ ਹੈ ਸੈਂਕੜਿਆਂ ਦੇ ਵਿੱਚ, ਪਰ ਕੁਝ ਦੇ ਵਿੱਚ ਕੀ ਹੈ, ਹਜ਼ਾਰਾਂ ਦੇ ਵਿੱਚ ਗਿਣਤੀ ਸੀਗੀ, ਲਗਭਗ 8 ਤੋਂ ਲੈ ਕੇ 10,000 ਦੇ ਲਗਭਗ। ਤੇ ਹਰੇਕ ਮਿਸਲ ਕੋਲੇ ਆਪਣੀ ਆਪਣੀ ਕੀ ਸੀਗੀ, ਤਾਕਤ ਸੀਗੀ। ਹਰੇਕ ਮਿਸਲ ਕੋਲੇ ਆਪਣਾ ਆਪਣਾ ਏਰੀਆ ਸੀਗਾ, ਤੇ ਉਹ ਆਪਣੇ ਏਰੀਏ ਦੇ ਵਿੱਚ ਆਪਣੇ ਅਕੋਰਡਿੰਗ, ਆਪਣੇ ਰੂਲ ਦੇ ਅਕੋਰਡਿੰਗ ਕੀ ਕਰਦੇ ਸੀਗੇ, ਕੰਮ ਕਰਦੇ ਸੀ। ਦੂਸਰੀ ਮਿਸਲ ਉਹਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦੀ ਸੀਗੀ। ਠੀਕ ਹੈ ਜੀ। ਇਹ ਇਹਨਾਂ ਦੇ ਕੀ ਹੈ, ਰੂਲ ਸੀਗੇ, ਐਂ ਕਹਿ ਲਓ ਕਿ ਸੰਧੀ ਸੀਗੀ। ਤਾਂ ਅੱਗੇ ਗੱਲ ਕਰਦੇ ਹਾਂ ਜੀ ਮਿਸਲਾਂ ਦੇ ਵਿੱਚ। ਕਹਿੰਦਾ ਜੀ, ਸਿੱਖ ਮੈਦਾਨ ਦੇ ਵਿੱਚ ਕਹਿੰਦਾ 70,000 ਫੌਜੀਆਂ ਨੂੰ ਖਦੇੜਨ ਦੀ ਹਿੰਮਤ ਰੱਖਦੇ ਸੀਗੇ। ਤਾਂ ਤੁਸੀਂ ਦੇਖਿਆ ਹੀ ਹੈ, ਪਿੱਛੇ ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ, ਉੱਥੇ ਸਿੱਖਾਂ ਦੀ ਜਿਹੜੀ ਗਿਣਤੀ ਸੀ ਬਹੁਤ ਘੱਟ ਸੀਗੀ। ਜੇ ਆਪਾਂ ਕੰਪੈਰੀਜ਼ਨ ਕਰੀਏ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ, ਤਾਂ ਸਿੱਖਾਂ ਦੀ ਗਿਣਤੀ ਤਾਂ ਨਾ ਮਾਤਰ ਹੀ ਸੀਗੀ, ਬਟ ਫਿਰ ਵੀ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਗੋਡੇ ਲਵਾਤੇ ਸੀਗੇ। ਠੀਕ ਹੈ ਜੀ। ਉਹਦੇ ਕਦੇ ਵੀ ਅਹਿਮਦ ਸ਼ਾਹ ਅਬਦਾਲੀ ਕੋਲ ਇੰਨੀ ਹਿੰਮਤ ਨਹੀਂ ਹੋਈ ਕਿ ਉਹ ਸਿੱਧਾ ਆ ਕੇ, ਠੀਕ ਹੈ ਜੀ, ਜੱਸਾ ਸਿੰਘ ਆਲੂਵਾਲੀਆ ਵਰਗੇ ਜਿਹੜੇ ਸਿੱਖ ਜਰਨੈਲ ਹੈਗੇ ਉਹਦਾ ਸਾਹਮਣਾ ਕਰ ਸਕੇ। ਤਾਂ ਹਮੇਸ਼ਾ ਕੀ ਲੜਦਾ ਰਿਹਾ, ਪਿੱਛੇ ਹੋ ਕੇ ਲੜਦਾ ਰਿਹਾ, ਹਮੇਸ਼ਾ ਆਪਦੇ ਜਿਹੜੇ ਉਹਦੇ ਪਹਾੜੇ ਦੇ ਟੱਟੂ ਸੀਗੇ ਉਹਨਾਂ ਨੂੰ ਅੱਗੇ ਕਰਦਾ ਸੀਗਾ। ਠੀਕ ਹੈ ਜੀ। ਮਤਲਬ ਕਿ ਉਹਦੇ ਚ ਆਪਣੇ ਆਪ ਹਿੰਮਤ ਨਹੀਂ ਸੀਗੀ ਲੜਨ ਦੀ ਸਿੱਖਾਂ ਦੇ ਸਾਹਮਣੇ, ਕਿਉਂਕਿ ਸਿੱਖਾਂ ਤੋਂ ਉਹ ਬਹੁਤ ਡਰਦਾ ਸੀਗਾ। ਤਾਂ ਕਹਿੰਦਾ ਜੀ, ਇਹ ਮਿਸਲਾਂ ਜਿਹੜੀਆਂ ਹੈਗੀਆਂ ਆਪਣੇ ਆਗੂਆਂ ਦੀ ਅਗਵਾਈਆਂ ਦੇ ਹੇਠ ਕੰਮ ਕਰਦੀਆਂ ਸੀਗੀਆਂ ਜੀ। ਤੇ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ, ਇੱਕ ਮਿਸਲ ਦਾ ਦੂਜੀ ਮਿਸਲ ਦੇ ਨਾਲ ਕੀ ਸੀਗਾ, ਸੰਬੰਧ ਸੀਗਾ। ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਸਾਰੀਆਂ ਮਿਸਲਾਂ ਮਿਲ ਕੇ ਚੱਲਦੀਆਂ ਸੀਗੀਆਂ, ਇੱਕ ਦੂਜੇ ਨਾਲ ਸੰਬੰਧ ਬਣਾ ਕੇ ਰੱਖਦੀਆਂ ਸੀਗੀਆਂ। ਤਾਂ ਇਹਨਾਂ ਦਾ ਉਦੇਸ਼ ਕੀ ਸੀਗਾ, ਕਿਉਂਕਿ ਦੇਖੋ ਰਸਤੇ ਵੱਖਰੇ ਵੱਖਰੇ ਹੋ ਸਕਦੇ ਆ, ਸਭ ਦੀ ਮੰਜ਼ਿਲ ਕੀ ਸੀਗੀ, ਇੱਕ ਸੀਗੀ। ਮੰਜ਼ਿਲ ਕੀ ਸੀਗੀ, ਪੰਜਾਬ ਦੇ ਵਿੱਚੋਂ ਜਿਹੜਾ ਮੁਗਲ ਰਾਜ ਹੈ, ਜਿਵੇਂ ਅਹਿਮਦ ਸ਼ਾਹ ਅਬਦਾਲੀ ਹੋ ਗਿਆ, ਮੁਗਲ ਡਾਇਨੈਸਟੀ ਨੂੰ ਖਤਮ ਕਰਨਾ ਤੇ ਆਪਣੇ ਧਰਮ ਦੇ ਪ੍ਰਤੀ ਆਪਣੇ ਵਿਸ਼ਵਾਸ ਦੀ ਰੱਖਿਆ ਕਰਨਾ ਇਹਨਾਂ ਦਾ ਮੇਨ ਮਕਸਦ ਸੀਗਾ, ਜਿਹੜੀਆਂ ਇਹ ਮਿਸਲਾਂ ਸੀਗੀਆਂ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ ਸਿੱਖ ਮਿਸਲਾਂ ਦੇ ਵਿੱਚ। ਅੱਗੇ ਕੀ ਹੈ ਜੀ, ਕਹਿੰਦਾ ਇਸ ਲਈ ਜਦੋਂ ਵੀ ਕਹਿੰਦਾ ਮਿਸਲ ਦੇ ਆਗੂਆਂ ਨੂੰ ਇਹ ਪਤਾ ਲੱਗਦਾ ਸੀ ਪੰਜਾਬ ਦੇ ਲੋਕਾਂ ਤੇ ਕੋਈ ਮੁਗਲ ਸ਼ਾਸਕ ਅਤਿਆਚਾਰ ਕਰ ਰਿਹਾ, ਤਾਂ ਹਰੇਕ ਮਿਸਲ ਦਾ ਸਰਦਾਰ ਜਾਂ ਬੰਦਾ ਜਾਂ ਸੈਨਿਕ ਉਹਨਾਂ ਦੇ ਬਚਾਅ ਵਾਸਤੇ ਉੱਥੇ ਪਹੁੰਚਦਾ ਸੀਗਾ, ਚਾਹੇ ਉਹ ਕੋਈ ਵੀ ਹੋਵੇ। ਠੀਕ ਹੈ ਜੀ। ਤਾਂ ਹੁਣ ਜੇ ਆਪਾਂ ਗੱਲ ਕਰੀਏ ਰਾਜੇ, ਇਹਨਾਂ ਮਿਸਲਾਂ ਦੇ ਵਿੱਚ 12 ਮਿਸਲਾਂ ਹੋਈਆਂ। ਹੁਣ ਤੁਹਾਡੇ ਪੇਪਰ ਵਾਸਤੇ ਕੀ ਇੰਪੋਰਟੈਂਟ ਹੈ, ਦੇਖੋ ਇਹ ਤਾਂ ਤੁਹਾਨੂੰ ਮੈਂ ਇਤਿਹਾਸ ਸੁਣਾ ਰਿਹਾ ਸੀ, ਤੁਹਾਨੂੰ ਦੱਸ ਰਿਹਾ ਸੀ ਵੀ ਕਿਵੇਂ 12 ਮਿਸਲਾਂ ਬਣੀਆਂ। ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਂਦਾ ਕਿ 12 ਮਿਸਲਾਂ ਦੇ ਵਿੱਚੋਂ ਕਿਹੜਾ ਮਿਸਲ ਦੇ ਕਿਹੜੇ ਕਿਹੜੇ ਲੀਡਰ ਜਿਹੜੇ ਹੋਏ ਆ, ਮਸ਼ਹੂਰ ਹੋਏ ਆ, ਜਾਂ ਆਪਾਂ ਐ ਕਹਿ ਸਕਦੇ ਆ ਫਾਊਂਡਰ ਕਿਹੜੇ ਕਿਹੜੇ ਹੈਗੇ ਆ। ਤਾਂ 12 ਮਿਸਲਾਂ, 12 ਫਾਊਂਡਰ ਨੇ, ਆਪਾਂ ਨੂੰ 12 ਫਾਊਂਡਰ ਯਾਦ ਕਰਨੇ ਪੈਣਗੇ। ਬਟ ਚਿੰਤਾ ਨਾ ਕਰੋ, ਵੈਸੇ ਮੈਂ ਜਿਹੜੇ ਬੱਚੇ YouTube ਤੇ ਪਹਿਲਾਂ ਮੇਰੇ ਨਾਲ ਜੁੜੇ ਹੋਏ ਆ, ਉੱਥੇ ਇੱਕ ਵੀਡੀਓ ਪਈ ਹੈ ਮਿਸਲਾਂ ਨੂੰ ਯਾਦ ਕਰਨ ਦੀ ਟ੍ਰਿਕ ਵਾਲੀ ਵੀਡੀਓ ਪਈ ਹੈ। ਬਟ ਮੈਂ ਇੱਥੇ ਵੀ ਦੱਸ ਕੇ ਜਾਊਂਗਾ, ਜੇ ਤੁਸੀਂ ਉੱਥੇ ਜਾ ਕੇ ਦੇਖਣੀ, ਉੱਥੇ ਜਾ ਕੇ ਵੀ ਦੇਖ ਸਕਦੇ ਹੋ। 5-7 ਮਿੰਟ ਦੀ ਵੀਡੀਓ ਹੈ। ਉਹ ਵੀਡੀਓ ਦੇਖਣ ਤੋਂ ਬਾਅਦ ਗਰੰਟੀ ਹੈ ਤੁਹਾਨੂੰ ਕਦੇ ਵੀ ਕਿਸੇ ਮਿਸਲ ਦੇ ਸਰਦਾਰ ਦੇ ਬਾਰੇ ਕੋਈ ਸ਼ੰਕਾ ਨਹੀਂ ਰਹੂਗੀ, ਯਾਦ ਕਰਨ ਦੀ ਜ਼ਰੂਰਤ ਨਹੀਂ ਰਹੂਗੀ। ਤਾਂ ਆਪਾਂ ਗੱਲ ਕਰਦੇ ਹਾਂ ਜੀ, ਪਹਿਲੀ ਜਿਹੜੀ ਮਿਸਲ ਹੈਗੀ ਰਾਜੇ, ਕਰੋੜ ਸਿੰਘੀਆ ਮਿਸਲ ਹੈ। ਤਾਂ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਕੌਣ ਸੀਗੇ, ਕਰੋੜ ਸਿੰਘ ਸੀਗੇ। ਸ਼ਹੀਦਾਂ ਮਿਸਲ ਆ ਗਈ ਜੀ, ਸ਼ਹੀਦਾਂ ਮਿਸਲ ਦੇ ਸਰਦਾਰ ਕੌਣ ਸੀਗੇ, ਬਾਬਾ ਦੀਪ ਸਿੰਘ ਜੀ ਸ਼ਹੀਦ। ਨਕਈ ਮਿਸਲ ਆ ਗਈ ਜੀ, ਨਕਈ ਮਿਸਲ ਦੇ ਸਰਦਾਰ ਕੌਣ ਸੀਗੇ, ਹੀਰਾ ਸਿੰਘ ਸੰਧੂ। ਠੀਕ ਹੈ ਜੀ। ਡੱਲੇ ਵਾਲੀਆ ਮਿਸਲ ਆ ਗਈ ਜੀ, ਡੱਲੇ ਵਾਲੀ ਮਿਸਲ ਦੇ ਸਰਦਾਰ ਕੌਣ ਸੀਗੇ, ਗੁਲਾਬ ਸਿੰਘ ਡੱਲੇ ਵਾਲੀਆ। ਤੇ ਰਾਮਗੜੀਆ ਮਿਸਲ ਦੇ ਸਰਦਾਰ ਕੌਣ ਸੀਗੇ, ਜੱਸਾ ਸਿੰਘ ਰਾਮਗੜੀਆ। ਨਿਸ਼ਾਨੇ ਵਾਲੀਆ ਮਿਸਲ ਦੇ ਸਰਦਾਰ ਕੌਣ ਸੀਗੇ, ਦਸੌਂਧਾ ਸਿੰਘ ਗਿੱਲ। ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਮੈਂ ਅੱਗੇ ਚੱਲਾਂ ਜੀ, ਫੁਲਕੀਆਂ ਮਿਸਲ ਆ ਗਈ ਜੀ। ਫੁਲਕੀਆਂ ਮਿਸਲ ਦੇ ਜਿਹੜੇ ਸਰਦਾਰ ਸੀਗੇ, ਚੌਧਰੀ ਫੂਲ ਸਿੰਘ ਸਿੱਧੂ। ਤੇ ਭੰਗੀ ਮਿਸਲ ਦੇ ਸਰਦਾਰ ਕੌਣ ਸੀਗੇ, ਹਰੀ ਸਿੰਘ ਢਿੱਲੋਂ। ਤੇ ਭੁੰਮਾ ਸਿੰਘ ਢਿੱਲੋਂ ਵੀ ਸੀਗੇ, ਬਟ ਜ਼ਿਆਦਾ ਮਸ਼ਹੂਰ ਹੋਏ ਸੀ ਰਾਜੇ ਉਹ ਹਰੀ ਸਿੰਘ ਢਿੱਲੋਂ ਹੀ ਹੋਏ ਸੀਗੇ। ਅਗਰ ਮੈਂ ਗੱਲ ਕਰਾਂ ਜੀ ਆਲੂਵਾਲੀਆ ਮਿਸਲ, ਤਾਂ ਜੱਸਾ ਸਿੰਘ ਜੀ ਆਲੂਵਾਲੀਆ। ਕਨ੍ਹਈਆ ਮਿਸਲ ਦੇ ਸਰਦਾਰ ਕੌਣ ਨੇ, ਜੈ ਸਿੰਘ ਸੰਧੂ ਜਾਂ ਫਿਰ ਰਾਣੀ ਸਦਾ ਕੌਰ। ਰਾਣੀ ਸਦਾ ਕੌਰ ਕੌਣ ਸੀਗੇ, ਅੱਗੇ ਜਾ ਕੇ ਆਪਾਂ ਪੜਾਂਗੇ ਇਤਿਹਾਸ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸੱਸ ਸੀਗੇ, ਜਿਨ੍ਹਾਂ ਦਾ ਮੇਨ ਰੋਲ ਹੈ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਕਰਨ ਦੇ ਵਿੱਚ। ਤੇ ਅੱਗੇ ਮੈਂ ਜੇ ਗੱਲ ਕਰਾਂ ਸਿੰਘਪੁਰੀਆ ਕਹਿ ਲਓ, ਫੈਜ਼ਲਪੁਰੀਆ ਕਹਿ ਲਓ, ਇਹਦੇ ਸੀਗੇ ਜੀ ਸਰਦਾਰ ਨਵਾਬ ਕਪੂਰ ਸਿੰਘ ਜੀ। ਤੇ ਸ਼ੁਕਰ ਚੱਕੀਆ ਮਿਸਲ ਜੀ ਤੋਂ ਅਕਸਰ ਕੁਐਸਚਨ ਪੁੱਛੇ ਜਾਂਦੇ ਪੇਪਰਾਂ ਦੇ ਵਿੱਚ। ਇਹਦਾ ਜਿਹੜਾ ਫਾਊਂਡਰ ਸੀਗਾ ਬੁੱਢਾ ਸਿੰਘ ਸੀਗਾ ਜੀ। ਤੇ ਉਸ ਤੋਂ ਬਾਅਦ ਚੜ੍ਹਤ ਸਿੰਘ ਤੇ ਮਾਹ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ। ਬੁੱਢਾ ਸਿੰਘ ਕੌਣ ਸੀਗਾ, ਪੜਦਾਦਾ ਸੀਗਾ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦਾ। ਤਾਂ ਹੁਣ ਆਪਾਂ ਇਹਨਾਂ ਨੂੰ ਯਾਦ ਕਰਨਾ, ਯਾਦ ਕਰਨ ਦੀ ਟ੍ਰਿਕ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਆਹ ਮਿਸਲ ਹੈ, ਇਹਨੂੰ ਯਾਦ ਕਰਨਾ ਬਹੁਤ ਸੌਖਾ। ਕਰੋੜ ਸਿੰਘੀਆ ਮਤਲਬ ਕਿ ਕਰੋੜ ਸਿੰਘ, ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਠੀਕ ਹੈ ਜੀ। ਇਹਨੂੰ ਆਪਾਂ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ ਸ਼ਹੀਦਾਂ ਮਿਸਲ ਦੀ, ਸ਼ਹੀਦਾਂ ਮਿਸਲ ਵੀ ਆਪਾਂ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਇਕਲੌਤੇ ਸ਼ਹੀਦ ਹੋਏ ਆ ਜਿਹੜੇ ਕਿ
ਸਿਰ ਕਲਮ ਹੋਣ ਤੋਂ ਬਾਅਦ ਵੀ ਲੜਦੇ ਰਹੇ ਆ, ਤਾਂ ਉਹਨਾਂ ਨੂੰ ਤਾਂ ਆਪਾਂ ਇਤਿਹਾਸ 'ਚ ਭੁਲਾ ਹੀ ਨਹੀਂ ਸਕਦੇ। ਬਟ ਫਿਰ ਵੀ ਕਦੇ ਤੁਹਾਡੇ ਦਿਮਾਗ 'ਚੋਂ ਨਿਕਲ ਜਾਵੇ ਤਾਂ ਕਹਿੰਦੇ ਜਿਹੜੇ ਸ਼ਹੀਦ ਹੁੰਦੇ ਆ ਰਾਜੇ, ਆਪਾਂ ਉਹਨਾਂ ਦੀ ਯਾਦ ਦੇ ਵਿੱਚ ਕੀ ਕਰਦੇ ਆ, ਦੀਪ ਜਗਾਉਣੇ ਆ, ਠੀਕ ਹੈ, ਉਹਨਾਂ ਨੂੰ ਯਾਦ ਕਰਦੇ ਆ। ਤਾਂ ਸ਼ਹੀਦਾਂ ਮਿਸਲ ਦੇ ਸਰਦਾਰ ਕੌਣ ਨੇ, ਬਾਬਾ ਦੀਪ ਸਿੰਘ ਜੀ ਸ਼ਹੀਦ। ਸ਼ਹੀਦ ਹੋਣ ਤੇ ਆਪਾਂ ਕੀ ਕਰਦੇ ਆ, ਦੀਪ ਜਗਾਉਣੇ ਆ, ਠੀਕ ਹੈ, ਪਹਿਲੀ ਟ੍ਰਿਕ ਪਤਾ ਲੱਗ ਗਈ। ਅਗਲੀ ਗੱਲ ਕਰਦੇ ਆ ਜੀ ਨਕਈ ਮਿਸਲ। ਨਕਈ ਮਿਸਲ ਤੋਂ ਯਾਦ ਰੱਖ ਲਿਓ ਨੱਕ, ਠੀਕ ਹੈ, ਨਕਈ ਮਿਸਲ ਤੋਂ ਕੀ ਯਾਦ ਰੱਖਣਾ, ਨੱਕ। ਤੇ ਨੱਕ ਦੇ ਵਿੱਚ ਆਪਾਂ ਕੀ ਪਾਉਣੇ ਆ, ਹੀਰਾ ਪਾਉਣੇ ਆ। ਤਾਂ ਨੱਕ ਦੇ ਵਿੱਚ ਆਪਾਂ ਕੀ ਪਾਉਣੇ ਆ, ਹੀਰਾ। ਤਾਂ ਨਕਈ ਮਿਸਲ ਤੋਂ ਯਾਦ ਰੱਖ ਲਿਓ ਨੱਕ, ਨੱਕ ਦੇ ਵਿੱਚ ਪਾਉਣੇ ਆਪਾਂ ਹੀਰਾ, ਤਾਂ ਹੀਰਾ ਸਿੰਘ ਸੰਧੂ। ਅੱਗੇ ਗੱਲ ਕਰਦੇ ਹਾਂ ਜੀ ਡੱਲੇ ਵਾਲੀਆ ਮਿਸਲ। ਤਾਂ ਡੱਲੇ ਵਾਲੀਆ ਤੋਂ ਯਾਦ ਰੱਖ ਲਿਓ ਡਾਲੀ। ਡਾਲੀ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਕੋਈ ਫੁੱਲ ਡਾਲੀ ਤੇ ਲੱਗਦਾ ਨਾ, ਜਿਵੇਂ ਆਹ ਟਹਿਣੀ ਜਿਹਨੂੰ ਕਹਿ ਦਿੰਦੇ ਆ, ਇਹਦੇ ਉੱਪਰ ਕੀ ਲੱਗਾ ਹੋਇਆ, ਕੋਈ ਫੁੱਲ ਲੱਗਾ ਹੋਇਆ। ਤਾਂ ਡੱਲੇ ਵਾਲੀ ਤੋਂ ਯਾਦ ਰੱਖ ਲਿਓ ਡਾਲੀ। ਡਾਲੀ ਤੇ ਕੀ ਲੱਭਦੇ ਨੇ, ਗੁਲਾਬ। ਡਾਲੀ ਡਾਲੀ ਤੇ ਲੱਗਦੇ ਨੇ ਜੀ ਗੁਲਾਬ, ਤੇ ਗੁਲਾਬ ਸਿੰਘ ਡੱਲੇ ਵਾਲੀਆ। ਤਾਂ ਅੱਗੇ ਗੱਲ ਕਰਦੇ ਆ ਜੀ ਰਾਮਗੜੀਆ। ਰਾਮਗੜੀਆ ਮਿਸਲ ਨੂੰ ਆਪਾਂ ਭੁੱਲ ਹੀ ਨਹੀਂ ਸਕਦੇ। ਰਾਮਗੜੀਆ ਮਤਲਬ ਜੱਸਾ ਸਿੰਘ ਰਾਮਗੜੀਆ। ਤੇ ਅੱਗੇ ਜਾ ਕੇ ਆਲੂ ਵਾਲੀਆ ਮਿਸਲ ਆਊਗੀ, ਉਹਦੇ ਜੱਸਾ ਸਿੰਘ ਆਲੂ ਵਾਲੀਆ ਹੋਣਗੇ। ਤਾਂ ਹੁਣ ਆਪਾਂ ਗੱਲ ਕਰਦੇ ਆ ਜੀ ਨਿਸ਼ਾਨੇ ਵਾਲੀਆ ਮਿਸਲ। ਤਾਂ ਨਿਸ਼ਾਨੇ ਵਾਲੀਆ ਦੇਖੋ, ਜੇ ਮੈਂ ਗੱਲ ਕਰਾਂ ਨਿਸ਼ਾਨੇ ਵਾਲੀਆ ਮਿਸਲ ਦੇ ਵਿੱਚ ਆਪਾਂ ਗੱਲ ਕਰਦੇ ਆ, ਨਿਸ਼ਾਨੇ ਵਾਲੀਆਂ ਤੋਂ ਆਪਾਂ ਯਾਦ ਰੱਖਦੇ ਆ ਨਿਸ਼ਾਨ। ਨਿਸ਼ਾਨਾ ਕਹਿ ਦਿੰਦੇ ਆ। ਨਿਸ਼ਾਨਾ ਦਾ ਮਤਲਬ ਕਿ ਆ ਜਿਵੇਂ ਆਪਾਂ ਕਹਿ ਦਿੰਦੇ ਆ ਨਾ, ਯਾਰ ਤੂੰ ਇੱਥੇ ਪੂਰਾ ਹਿੱਟ ਕਰ ਐਰੋ। ਇੱਕ ਗੇਮ ਜੀ ਆਉਂਦੀ ਸੀ ਨਾ, ਉਹਦੇ ਵਿੱਚ ਆਪਾਂ ਨੰਬਰ ਹੁੰਦੇ ਸੀ ਵੀ ਕਿਹੜੇ ਨੰਬਰ ਤੇ ਆਪਾਂ ਹਿੱਟ ਕੀਤਾ ਆਪਾਂ ਨੂੰ ਕੀ ਆ, ਨੰਬਰ ਮਿਲਦੇ ਸੀ। ਉਹ ਕਹਿੰਦਾ ਜੀ ਲਾਵਾਂ ਨਿਸ਼ਾਨਾ, ਉਹ ਕਹਿੰਦਾ 10 ਕਿੱਥੇ, ਠੀਕ ਹੈ, ਕਹਿੰਦਾ ਲਾਵਾਂ ਨਿਸ਼ਾਨਾ, ਕਹਿੰਦਾ 10 ਕਿੱਥੇ। ਤਾਂ ਨਿਸ਼ਾਨੇ ਵਾਲੀਆਂ ਤੋਂ ਕੀ ਹੈ, ਦਸੌਂਦਾ। ਦਸੌਂਦਾ ਤੋਂ ਮਤਲਬ 10 ਕਿੱਥੇ, ਦਸੌਂਦਾ 10 ਕਿੱਥੇ ਨਿਸ਼ਾਨਾ ਲਾਉਣਾ, 10 ਕਿੱਥੇ ਨਿਸ਼ਾਨਾ ਲਾਉਣਾ। ਤੇ ਇੱਕ ਦੋ ਵਾਰੀ ਬੋਲੋਗੇ ਤੁਹਾਨੂੰ ਯਾਦ ਹੋ ਜੂਗੀ। ਬੇਟੇ ਟ੍ਰਿਕਸ ਹੁੰਦੀਆਂ ਨੇ, ਕਈ ਵਾਰੀ ਐਗਜ਼ਾਮ ਦੇ ਵਿੱਚ ਮਾਈਂਡ ਤੇ ਇੰਨਾ ਪ੍ਰੈਸ਼ਰ ਹੁੰਦਾ ਆਪਾਂ ਨੂੰ ਯਾਦ ਨਹੀਂ ਰਹਿੰਦਾ, ਬਟ ਟ੍ਰਿਕ ਯਾਦ ਰਹਿ ਜਾਂਦੀ ਹੈ। ਅੱਗੇ ਗੱਲ ਕਰਦੇ ਹਾਂ ਜੀ ਫੂਲਕੀਆ ਮਿਸਲ। ਇਹਨੂੰ ਵੀ ਯਾਦ ਕਰ ਸਕਦੇ ਹਾਂ, ਫੂਲ ਇੱਥੇ ਆ, ਫੂਲ ਇੱਥੇ ਆ, ਚੌਧਰੀ ਫੂਲ, ਚੌਧਰੀ ਫੂਲਕੀਆ। ਤਾਂ ਨਹੀਂ ਯਾਦ ਰੱਖਣਾ ਤਾਂ ਇੱਕ ਹਾਸੇ ਵਾਲੀ ਟ੍ਰਿਕ ਦੱਸ ਦਿੰਦਾ, ਕੋਈ ਮਾਈਂਡ ਨਾ ਕਰਿਓ। ਕੋਈ ਮੇਰਾ ਵੀਰ ਭਰਾ ਹੋ ਸਕਦਾ ਕਿ ਉਸ ਚੀਜ਼ ਨੂੰ ਮਾਈਂਡ ਕਰ ਜਾਵੇ, ਤਾਂ ਉਹਦੇ ਵਾਸਤੇ ਮੈਂ ਮਾਫੀ ਮੰਗਦਾ। ਇਹ ਸਿਰਫ ਤੁਹਾਨੂੰ ਯਾਦ ਕਰਾਉਣ ਦਾ ਢੰਗ ਹੈ। ਤਾਂ ਸਾਡੇ ਨਾ ਉੱਧਰ ਚੌਧਰੀ ਬੜੇ ਰਹਿੰਦੇ ਆ, ਤੇ ਚੌਧਰੀਆਂ ਦੀ ਖੁਰਾਕ ਬੜੀ ਤਕੜੀ ਹੁੰਦੀ ਆ, ਖਾਣ ਪੀਣ ਵਾਲੇ ਬੰਦੇ ਹੁੰਦੇ ਆ, ਮਤਲਬ ਕਿ ਉਹ ਫੁਲਕੇ ਬਹੁਤ ਖਾਂਦੇ ਆ। ਤਾਂ ਰੋਟੀ ਨੂੰ ਆਪਾਂ ਪੰਜਾਬੀ ਦੇ ਵਿੱਚ ਫੁਲਕਾ ਵੀ ਕਹਿ ਦਿੰਦੇ ਆ। ਤਾਂ ਕਹਿੰਦੇ ਜੀ ਫੁਲਕੀਆਂ ਮਿਸਲ ਤੋਂ ਯਾਦ ਰੱਖਣੇ ਨੇ ਚੌਧਰੀ, ਕਿਉਂਕਿ ਚੌਧਰੀ ਫੁਲਕੇ ਬਹੁਤ ਖਾਂਦੇ ਆ। ਫੁਲਕੀਆਂ ਮਿਸਲ ਫੁਲਕੇ, ਫੁਲਕੀਆਂ ਮਿਸਲ ਫੁਲਕੇ, ਠੀਕ ਹੈ ਜੀ, ਚੌਧਰੀ। ਤਾਂ ਚੌਧਰੀ ਫੁਲਕੇ ਬਹੁਤ ਖਾਂਦੇ ਆ ਜੀ, ਚੌਧਰੀ ਫੂਲ ਇਹਦਾ ਆਨਸਰ ਆ ਜਾਊਗਾ। ਭੰਗੀ ਮਿਸਲ ਦੀ ਗੱਲ ਕਰਦੇ ਆ ਜੀ। ਭੰਗ ਕਿਹੜੇ ਰੰਗ ਦੀ ਹੁੰਦੀ ਆ, ਹਰੇ ਰੰਗ ਦੀ। ਤਾਂ ਭੰਗ ਕਿਹੜੇ ਰੰਗ ਦੀ ਹੁੰਦੀ ਆ, ਹਰੇ ਰੰਗ ਦੀ। ਤਾਂ ਇਹਦਾ ਜਿਹੜਾ ਸਰਦਾਰ ਕੌਣ ਹੈ ਜੀ, ਹਰੀ ਸਿੰਘ ਭੰਗੀ, ਠੀਕ ਹੈ ਜੀ, ਇਹਦਾ ਨਾਂ ਹਰੀ ਸਿੰਘ ਭੰਗੀ ਸੀਗਾ। ਆਲੂ ਵਾਲੀਆ ਮਿਸਲ ਆ ਗਈ ਜੀ। ਆਲੂ ਵਾਲੀਆ ਦਾ ਜੱਸਾ ਸਿੰਘ ਆਲੂ ਵਾਲੀਆ ਨੇ, ਇਹ ਤਾਂ ਸੌਖਾ ਹੀ ਹੈ। ਤਾਂ ਜੇ ਮੈਂ ਗੱਲ ਕਰਾਂ ਜੀ ਘਨੱਈਆ ਮਿਸਲ, ਤਾਂ ਘਨੱਈਆ ਮਿਸਲ ਦੇ ਕੌਣ ਨੇ ਜੀ, ਘਨੱਈਆ ਮਿਸਲ ਆਪਾਂ ਨੂੰ ਯਾਦ ਰੱਖਣੀ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜੀ ਆਪਣੀ ਰਾਣੀ ਸੀਗੀ ਮਹਿਤਾਬ ਕੌਰ, ਮਹਿਤਾਬ ਕੌਰ ਨਾਲ ਵਿਆਹ ਤਾਂ ਹੀ ਕਰਵਾਇਆ ਸੀ, ਸਿਰਫ ਇਸ ਮਿਸਲ ਨੂੰ ਕੀ ਕਰਨ ਵਾਸਤੇ, ਆਪਣੇ ਨਾਲ ਮਿਲਾਉਣ ਵਾਸਤੇ। ਤਾਂ ਰਾਣੀ ਸਦਾ ਕੌਰ ਤੋਂ ਯਾਦ ਰੱਖ ਲਿਓ। ਰਾਣੀ ਸਦਾ ਕੌਰ ਦਾ ਜਿਹੜਾ ਕਹਿ ਲਓ ਜੀ ਸਹੁਰਾ ਸੀਗਾ, ਉਹ ਸੀਗਾ ਜੈ ਸਿੰਘ ਸੰਧੂ, ਠੀਕ ਹੈ, ਜੈ ਸਿੰਘ ਸੰਧੂ ਸੀਗਾ ਇਹਦਾ ਫਾਊਂਡਰ ਘਨੱਈਆ ਮਿਸਲ ਦਾ, ਠੀਕ ਹੈ ਜੀ। ਤਾਂ ਸਿੰਘਪੁਰੀਆ ਜਿਹਨੂੰ ਫੈਜ਼ਲਪੁਰੀਆ ਕਹਿੰਦੇ ਆ ਜੀ, ਨਵਾਬ ਕਪੂਰ ਸਿੰਘ, ਠੀਕ ਹੈ ਜੀ। ਨਵਾਬ ਕਪੂਰ ਸਿੰਘ ਤੇ ਆਪਾਂ ਨੂੰ ਪਤਾ ਹੀ ਹੈ, ਉਹਨਾਂ ਨੂੰ ਉਪਾਧੀ ਮਿਲੀ ਸੀ ਨਵਾਬ ਦੀ, ਠੀਕ ਹੈ ਜੀ। ਤਾਂ ਨਵਾਬ ਕਪੂਰ ਸਿੰਘ ਦੀ ਹੈਗੀ ਹੈ ਜੀ ਫੈਜ਼ਲਪੁਰੀਆ ਮਿਸਲ। ਤੇ ਸ਼ੁਕਰ ਚੱਕੀ ਆਪਾਂ ਯਾਦ ਰੱਖਣੀ ਹੈ, ਕਿਉਂਕਿ ਇੱਥੋਂ ਰਣਜੀਤ ਸਿੰਘ ਜੀ ਬਾਰੇ, ਚੜਤ ਸਿੰਘ ਜੀ ਬਾਰੇ, ਮਾਹ ਸਿੰਘ ਜੀ ਬਾਰੇ ਪੁੱਛਿਆ ਜਾਂਦਾ ਹੁੰਦਾ। ਪਰ ਇਹਦਾ ਜਿਹੜਾ ਫਾਊਂਡਰ ਹੈਗਾ ਕੌਣ ਨੇ, ਪੜਦਾਦਾ ਜੀ ਕਿਹਦਾ, ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਢਾ ਸਿੰਘ। ਤਾਂ ਆਈ ਹੋਪ ਤੁਹਾਨੂੰ ਸਾਰੀਆਂ ਮਿਸਲਾਂ ਯਾਦ ਹੋ ਗਈਆਂ ਹੋਣਗੀਆਂ। ਬਸ ਮਿਸਲਾਂ ਤੋਂ ਇਹੀ ਕੁਐਸਚਨ ਆਉਂਦੇ ਹੁੰਦੇ, ਮਿਸਲ ਹੁੰਦੀ ਕੀ ਹੈ, ਕੀ ਇਹਨਾਂ ਦਾ ਕੰਮ ਸੀਗਾ, ਕਿਵੇਂ ਕਿਵੇਂ ਕੰਮ ਕਰਦੀਆਂ ਸੀ, ਕੀ ਇਹਨਾਂ ਦਾ ਮਕਸਦ ਸੀਗਾ, ਤੁਹਾਨੂੰ ਮੈਂ ਸਾਰਾ ਕੁਝ ਦੱਸਤਾ। ਤੇ ਇਹਨਾਂ ਦੇ ਸਰਦਾਰ ਵੀ ਦੱਸਦੇ ਆ, ਤੇ ਐਕਸਟਰਾ ਵੀ ਦੱਸਦੇ ਤੁਹਾਨੂੰ। ਦੇਖੋ ਤਾਂ ਤੁਸੀਂ ਕਿਸੇ ਬੁੱਕ ਦੇ ਵਿੱਚ ਤੁਹਾਨੂੰ ਇੰਨੀ ਇਨਫੋਰਮੇਸ਼ਨ ਨਹੀਂ ਮਿਲੂਗੀ। ਤਾਂ ਹੁਣ ਗੱਲ ਕਰਦੇ ਆ ਜੀ, ਆਪਾਂ ਚੱਲਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਵੱਲ, ਕਿਉਂਕਿ ਇਹੀ 12 ਮਿਸਲਾਂ ਨੂੰ ਹੁਣ ਮਹਾਰਾਜਾ ਰਣਜੀਤ ਸਿੰਘ ਜੀ ਕੀ ਕਰਨਗੇ, ਇੱਕ ਧਾਗੇ ਦੇ ਵਿੱਚ ਪਰੋ ਦੇਣਗੇ। ਧਾਗੇ ਦੇ ਵਿੱਚ ਪਰੋਣ ਦਾ ਮਤਲਬ ਕੀ ਹੈ, ਇਕੱਠੇ ਕਰ ਦੇਣਗੇ। ਇਕੱਠੇ ਕਰਨ ਦੇ ਨਾਲ ਕੀ ਹੋ ਜਾਊਗਾ, ਖਾਲਸਾ ਰਾਜ ਸਥਾਪਿਤ ਹੋ ਜਾਊਗਾ। ਤਾਂ ਅੱਜ ਪਾਰਟ 1 ਆਊਗਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ, ਕਿਉਂਕਿ ਇਹਨਾਂ ਦਾ ਡਿਟੇਲ 'ਚ ਪੜ੍ਹਨਾ ਆਪਾਂ, ਇੱਥੋਂ ਬਹੁਤ ਕੁਐਸਚਨ ਪੁੱਛਦੇ ਆ। ਤਾਂ ਦੇਖੋ ਜੀ ਇਹਨਾਂ ਦਾ ਜਿਹੜਾ ਜੀਵਨ ਹੈਗਾ 13 ਨਵੰਬਰ 1780 ਤੋਂ ਲੈ ਕੇ 27 ਜੂਨ 1839 ਤੱਕ ਹੈ। ਇਹਨਾਂ ਦੀ ਜਨਮ ਡੇਟ ਪ੍ਰੋਪਰ ਵਿਦ ਮੰਥ ਵਿਦ ਡੇਟ ਰੱਖਣੀ ਯਾਦ, ਤੇ ਡੈਥ ਜਿਹੜੀ ਡੇਟ ਹੈਗੀ ਹੈ ਉਹ ਵੀ ਯਾਦ ਰੱਖਣੀ ਹੈ। ਤਾਂ ਗੱਲ ਕਰਦੇ ਆ ਜੀ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਾਂ ਸ਼ੇਰੇ ਪੰਜਾਬ ਕਹਿ ਦਿੰਦੇ ਆ, ਜਾਂ ਫਿਰ ਪੰਜਾਬ ਦਾ ਸ਼ੇਰ ਕਹਿ ਦਿੰਦੇ ਆ ਰਾਜੇ। ਉਹ ਪੰਜਾਬ ਦੇ ਸਭ ਤੋਂ ਤਾਕਤਵਰ ਸ਼ਖਸੀਅਤ ਰਹੇ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਹਜੇ ਤੱਕ ਖਾਲਸਾ ਰਾਜ ਸਥਾਪਿਤ ਨਹੀਂ ਹੋਇਆ, ਠੀਕ ਹੈ। ਤਾਂ ਉਹ ਪਹਿਲੇ ਸੀਗੇ ਮਹਾਰਾਜੇ ਜਿਨ੍ਹਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੀ ਉਹਨਾਂ ਦਾ ਜਨਮ ਕਦੋਂ ਹੋਇਆ, ਤਾਂ ਜਨਮ ਹੋਇਆ ਜੀ 13 ਨਵੰਬਰ 1780 ਨੂੰ। ਕਿੱਥੇ ਹੋਇਆ ਪੁੱਛਿਆ ਜਾਂਦਾ ਹੁੰਦਾ, ਪਾਕਿਸਤਾਨ ਦੇ ਵਿੱਚ ਹੋਇਆ। ਪਾਕਿਸਤਾਨ ਦੇ ਵਿੱਚ ਇੱਕ ਸ਼ਹਿਰ ਹੈਗਾ ਗੁਜਰਾਂਵਾਲਾ। ਤਾਂ ਗੁਜਰਾਂਵਾਲਾ ਵਿਖੇ ਹੋਇਆ ਸੀ ਜਿਨ੍ਹਾਂ ਦਾ 1780 ਨੂੰ। 13 ਨਵੰਬਰ ਵੀ ਯਾਦ ਰੱਖਣਾ।
ਗੋਤਰ ਸੀਗੀ ਜੀ ਜੱਟ ਸਿੱਖ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਚਲੋ ਇਹ ਨਹੀਂ ਪੁੱਛਿਆ ਜਾਂਦਾ ਹੁੰਦਾ, ਤੁਹਾਨੂੰ ਸਿਰਫ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ। ਅੱਗੇ ਗੱਲ ਕਰਦੇ ਆ ਜੀ, ਇਹਨਾਂ ਦਾ ਪਿਤਾ ਦਾ ਨਾਮ ਕੀ ਸੀਗਾ? ਦੇ ਪਿਤਾ ਦਾ ਨਾਮ ਸੀਗਾ ਜੀ ਸਰਦਾਰ ਮਹਾ ਸਿੰਘ। ਕੌਣ ਸੀਗੇ ਜੀ? ਮਹਾ ਸਿੰਘ ਸ਼ੁਕਰ ਚੱਕੀਆ। ਠੀਕ ਹੈ ਜੀ, ਇਹ ਸ਼ੁਕਰ ਚੱਕੀਆ ਮਿਸਲ ਨਾਲ ਸੰਬੰਧਿਤ ਸੀਗੇ, ਤਾਂ ਕਰਕੇ ਆਪਣੇ ਨਾਮ ਦੇ ਨਾਲ ਪਿੱਛੇ ਕੀ ਲਾਉਂਦੇ ਸੀਗੇ? ਸ਼ੁਕਰ ਚੱਕੀਆ ਲਾਉਂਦੇ ਸੀਗੇ। ਤੇ ਮਾਤਾ ਕੌਣ ਸੀਗੇ ਜੀ? ਸਰਦਾਰਨੀ ਰਾਜ ਕੌਰ। ਤਾਂ ਦੋਨੇ ਨਾਮ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਨੇ, ਤੁਹਾਡੇ ਐਗਜ਼ਾਮ ਵਾਸਤੇ ਵੀ ਬਹੁਤ ਮਹੱਤਵਪੂਰਨ ਨੇ ਜੀ। ਸ਼ੁਕਰ ਚੱਕੀਆ ਤਾਂ ਯਾਦ ਰੱਖਣਾ ਹੀ ਰੱਖਣਾ ਹੈ। ਸਰਦਾਰ ਮਹਾ ਸਿੰਘ ਜੀ ਤੇ ਸਰਦਾਰਨੀ ਰਾਜ ਕੌਰ ਜੀ। ਤਾਂ ਰਾਜ ਕੌਰ ਜੀ ਕੌਣ ਸੀਗੇ? ਜੀਂਦ ਦੇ ਜਿਹੜੇ ਰਾਜੇ ਸੀਗੇ ਗਜਪਤ ਜੀ, ਉਹਨਾਂ ਦੀ ਪੁੱਤਰੀ ਸੀਗੇ। ਕਹਿਣ ਦਾ ਮਤਲਬ ਗਜਪਤ ਜੀ ਕੌਣ ਸੀਗੇ? ਇਹਦੇ ਨਾਨਾ ਜੀ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ। ਤਾਂ ਸਾਰਾ ਕੁਝ ਯਾਦ ਰੱਖਣਾ ਰਾਜੇ, ਕੋਰਿਲੇਟ ਕਰਕੇ ਪੜੋਗੇ 101% ਤੁਹਾਨੂੰ ਯਾਦ ਰਹੂਗਾ, ਅਦਰਵਾਈਜ਼ ਰੱਟੇ ਮਾਰੋਗੇ ਨਹੀਂ ਹੋਊਗਾ। ਤਾਂ ਹੁਣ ਅਗਰ ਆਪਾਂ ਨੈਕਸਟ ਗੱਲ ਕਰੀਏ, ਨੈਕਸਟ ਗੱਲ ਇਹ ਹੈ ਜੀ, ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ? ਬੁੱਧ ਸਿੰਘ। ਤਾਂ ਬਹੁਤ ਵਾਰੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਹਿਲਾ ਨਾਮ ਕੀ ਹੈ? ਬੁੱਧ ਸਿੰਘ ਹੈ, ਤੇ ਬਾਅਦ ਦੇ ਵਿੱਚ ਬਦਲ ਕੇ ਕੀ ਕੀਤਾ ਗਿਆ? ਰਣਜੀਤ ਸਿੰਘ। ਰਣਜੀਤ ਸਿੰਘ ਕਿਉਂ ਰੱਖਿਆ ਗਿਆ? ਹੁਣ ਆਪਾਂ ਸੋਚਣ ਵਾਲੀ ਗੱਲ ਹੈ ਕਿ ਜੇ ਨਾਮ ਪਹਿਲਾਂ ਰੱਖਿਆ ਸੀ ਬੁੱਧ ਸਿੰਘ, ਤਾਂ ਰਣਜੀਤ ਸਿੰਘ ਕਿਉਂ ਰੱਖਿਆ? ਕਿਉਂਕਿ ਜਦੋਂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ, ਜਾਂ ਡੈਥ ਹੋਣ ਤੋਂ ਪਹਿਲਾਂ ਦੀ ਗੱਲ ਹੈ ਵੈਸੇ, 11-12 ਸਾਲ ਦੀ ਉਮਰ ਸੀਗੀ, ਇਹ ਆਪਣੇ ਪਿਤਾ ਜੀ ਨਾਲ ਜਾ ਕੇ ਲੜੇ ਸੀ ਇੱਕ ਯੁੱਧ ਦੇ ਵਿੱਚ। ਤੇ ਇਹਨਾਂ ਨੂੰ ਦੇਖੋ 11-12 ਸਾਲ ਦੀ ਉਮਰ ਕੋਈ ਵੱਡੀ ਉਮਰ ਨਹੀਂ ਹੁੰਦੀ, ਬਹੁਤ ਛੋਟੀ ਉਮਰ ਹੁੰਦੀ ਹੈ। ਤਾਂ ਇਹਨਾਂ ਨੇ ਲੜਾਈ ਦੇ ਵਿੱਚ ਕੀ ਕੀਤਾ ਸੀਗਾ? ਬਟ ਜਾ ਕੇ ਖੰਡਾ ਖੜਕਾਇਆ ਸੀ। ਕਹਿਣ ਦਾ ਮਤਲਬ ਬਹੁਤ ਬਹਾਦਰੀ ਨਾਲ ਲੜੇ ਸੀ। ਤੇ ਇਹਨਾਂ ਦੇ ਪਿਤਾ ਜੀ ਖੁਸ਼ ਹੋ ਕੇ ਇਹਨਾਂ ਨੂੰ ਕਿਹਾ ਜੀ ਰਨ ਜੀਤ। ਰਨ ਦਾ ਮਤਲਬ ਕੀ ਹੈ? ਲੜਾਈ, ਤੇ ਜੀਤ ਦਾ ਮਤਲਬ ਕੀ? ਜਿੱਤ ਗਏ। ਤਾਂ ਰਨ ਜੀਤ ਰੱਖਿਆ ਗਿਆ ਜੀ। ਰਨ ਜੀਤ ਜਿਹੜਾ ਜੰਗਾਂ ਨੂੰ ਜਿੱਤਦਾ ਆਇਆ। ਤੇ ਇਹਨਾਂ ਨੇ ਆਪਣੇ ਨਾਮ ਦਾ ਜਿਹੜਾ ਮਤਲਬ ਸੀਗਾ ਉਹਨੂੰ ਕੀ ਹੈ? ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੈ, ਸਿਰੇ ਚੜਾਇਆ। ਕਿਉਂਕਿ ਇਹਨਾਂ ਨੇ ਕੋਈ ਵੀ ਜੰਗ ਇਦਾਂ ਦੀ ਨਹੀਂ ਹੈਗੀ ਜਿਹੜੇ ਹਾਰੇ ਹੋਣ, ਇਹ ਜਿੱਤਦੇ ਹੀ ਰਹੇ ਆ, ਤਾਂ ਹੀ ਇਹਨਾਂ ਦਾ ਨਾਮ ਕੀ ਹੈ? ਰਣਜੀਤ। ਤਾਂ ਠੀਕ ਹੈ ਜੀ, ਇੱਥੋਂ ਯਾਦ ਰੱਖਣਾ ਇਹਨਾਂ ਦਾ ਨਾਮ ਕੀ ਸੀਗਾ? ਬੁੱਧ ਸਿੰਘ, ਤੇ ਬੁੱਧ ਸਿੰਘ ਤੋਂ ਬਦਲ ਕੇ ਕੀ ਕੀਤਾ ਗਿਆ? ਰਣਜੀਤ ਸਿੰਘ ਰੱਖਿਆ ਗਿਆ। ਅੱਗੇ ਗੱਲ ਕਰੀਏ ਜੀ, ਰਣਜੀਤ ਸਿੰਘ ਜੀ ਕਿਹੜੀ ਮਿਸਲ ਦੇ ਨਾਲ ਸੰਬੰਧਿਤ ਨੇ? ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸੀਗੇ, ਜਿਹਦੀ ਸਥਾਪਨਾ ਕਿਹਨੇ ਕੀਤੀ ਸੀ? ਇਹਨਾਂ ਦੇ ਪੜਦਾਦਾ ਜੀ ਬੁੱਢਾ ਸਿੰਘ ਜੀ ਨੇ ਕੀਤੀ ਸੀਗੀ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਜਿਹੜੇ ਬੁੱਢਾ ਸਿੰਘ ਜੀ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਕਿਹਨਾਂ ਤੋਂ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ। ਤਾਂ ਬਹੁਤ ਦੇਖੋ ਖੂਨ ਖੂਨ ਦੀ ਗੱਲ ਹੁੰਦੀ ਆ, ਦੇਖੋ ਖੂਨ ਦੇ ਵਿੱਚ ਹੀ ਦਲੇਰੀ ਸੀਗੀ। ਤਾਂ ਠੀਕ ਹੈ ਜੀ, ਅੱਗੇ ਜਾ ਕੇ ਆਪਾਂ ਦੇਖਾਂਗੇ। ਅੱਗੇ ਗੱਲ ਕਰਦੇ ਆ ਜੀ, ਇਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ, ਠੀਕ ਹੈ ਜੀ, 1718 ਈਸਵੀ ਦੇ ਵਿੱਚ ਜਿਹੜੇ ਇਹਨਾਂ ਦੇ ਪੜਦਾਦਾ ਜੀ ਆ ਬੁੱਢਾ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ। ਤੇ ਉਹਨਾਂ ਦੀ ਵਿਰਾਸਤ ਜਿਹੜੀ ਹੁੰਦੀ ਹੈ, ਇਹਨਾਂ ਦੇ ਦੋ ਪੁੱਤਰ ਹੁੰਦੇ ਆ ਜੀ, ਨੌਧ ਸਿੰਘ ਤੇ ਚੰਦਾ ਸਿੰਘ। ਚੰਦਾ ਸਿੰਘ ਦਾ ਇਤਿਹਾਸ ਜ਼ਿਕਰ ਤਾਂ ਨਹੀਂ ਆਉਂਦਾ ਕਿਉਂਕਿ ਚੰਦਾ ਸਿੰਘ ਕੋਈ ਇੰਨਾ ਬਹਾਦਰ ਬੰਦਾ ਨਹੀਂ ਸੀਗਾ, ਉਹ ਮਤਲਬ ਕਿ ਆਪਣਾ ਵੱਖ ਹੋ ਗਿਆ ਸੀਗਾ। ਗੱਲ ਜਿਹੜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦੀ ਆ ਨੌਧ ਸਿੰਘ ਦੀ ਆਉਂਦੀ ਹੈ ਜੀ। ਬੁੱਢਾ ਸਿੰਘ ਦੇ ਦੋ ਪੁੱਤਰ ਸੀਗੇ, ਨੌਧ ਸਿੰਘ ਤੇ ਚੰਦਾ ਸਿੰਘ। ਚੰਦਾ ਸਿੰਘ ਨੂੰ ਭੁੱਲ ਜਾਓ, ਤੁਹਾਡੇ ਨਾ ਪੇਪਰ 'ਚ ਪੁੱਛਿਆ ਜਾਂਦਾ ਨਾ ਪੁੱਛਿਆ ਜਾਊਗਾ, ਬਸ ਤੁਹਾਨੂੰ ਜਾਣਕਾਰੀ ਵਾਸਤੇ ਮੈਂ ਦੱਸਿਆ। ਤਾਂ ਜਿਹੜੇ ਪੁੱਤਰ ਸੀਗੇ ਨੌਧ ਸਿੰਘ, ਤਾਂ ਨੌਧ ਸਿੰਘ ਕੌਣ ਸੀਗੇ ਜੀ? ਆਪਣੇ ਦਾਦਾ ਜੀ ਸੀਗੇ ਕਿਹਦੇ? ਮਹਾਰਾਜਾ ਰਣਜੀਤ ਸਿੰਘ ਜੀ ਦੇ। ਤਾਂ ਬੁੱਢਾ ਸਿੰਘ ਜੀ ਦੀ ਮੌਤ ਤੋਂ ਬਾਅਦ ਕੀ ਹੋਇਆ ਜੀ? ਉਹਨਾਂ ਨੇ ਆਪਣੇ ਦੋ ਪੁੱਤਰ ਜਿਹੜੇ ਹੈਗੇ ਉਹਨਾਂ ਦੇ ਨਾਮ ਤੇ ਕੀ ਕਰਤੀ? ਆਪਣੀ ਵਿਰਾਸਤ ਕਰਤੀ। ਤੇ ਉਹਨਾਂ ਵਿੱਚੋਂ ਨੌਧ ਸਿੰਘ ਜੀ ਦਾ ਨਾਮ ਕੀ ਇਤਿਹਾਸ ਦੇ ਵਿੱਚ ਚਮਕਦਾ ਹੈ। ਤਾਂ ਗੱਲ ਕਰੀਏ ਜੀ, ਜਿਹੜੇ ਨੌਧ ਸਿੰਘ ਜੀ ਸੀਗੇ ਉਹਨਾਂ ਨੇ 1749 ਈਸਵੀ ਦੇ ਵਿੱਚ ਕੀ ਕੀਤਾ ਜੀ? ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਦੀ ਅਗਵਾਈ ਕੀਤੀ। ਕਹਿਣ ਦਾ ਮਤਲਬ ਕਿ ਨਵਾਬ ਕਪੂਰ ਸਿੰਘ ਜੀ ਨਾਲ ਮਿਲ ਕੇ ਉਹਨਾਂ ਨੇ ਕੀ ਕੀਤਾ? ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕੀਤਾ। ਅਬਦਾਲੀ ਦਾ ਪਿੱਛਾ ਕਿਉਂ ਕੀਤਾ? ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਕਿਉਂ ਪਿੱਛਾ ਕੀਤਾ ਅਬਦਾਲੀ ਦਾ, ਤੁਹਾਨੂੰ ਮੈਂ ਪਿੱਛੇ ਪੜ੍ਹਾ ਕੇ ਗਿਆ, ਜੇ ਤੁਸੀਂ ਦਿਮਾਗ ਤੇ ਜ਼ੋਰ ਪਾਵੋ। ਅਬਦਾਲੀ ਕੀ ਕਰਦਾ ਸੀ? ਭਾਰਤ ਤੇ ਆਉਂਦਾ ਸੀ, ਹਮਲਾ ਕਰਦਾ ਸੀ, ਇੱਥੋਂ ਦਾ ਸੋਨਾ ਲੁੱਟ ਕੇ ਲੈ ਜਾਂਦਾ ਸੀ। ਤੇ ਆਪਣੀਆਂ ਜਿਹੜੀਆਂ ਹਿੰਦੂ ਜਿਹੜੇ ਆਪਣਾ ਪਰਿਵਾਰ, ਆਪਣੇ ਭਾਈਚਾਰਾ ਹਿੰਦੂ, ਉਹਨਾਂ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਬੰਦੀ ਬਣਾ ਕੇ ਤੇ ਜਾ ਕੇ ਵੇਚ ਦਿੰਦਾ ਸੀਗਾ ਟਕੇ ਟਕੇ ਦੇ ਭਾਅ। ਤਾਂ ਉਹਨਾਂ ਨੂੰ ਛੁਡਾਉਂਦੇ ਸੀਗੇ ਜੀ ਸਿੱਖ ਜਿਹੜੇ ਆਪਣੇ ਜਰਨੈਲ ਸੀਗੇ। ਤਾਂ ਉਹਨਾਂ ਨੇ ਫੇਰ ਦੇਖੋ ਪਿੱਛਾ ਕੀਤਾ ਅਹਿਮਦ ਸ਼ਾਹ ਅਬਦਾਲੀ ਦਾ, ਤੇ ਉਹਦੇ ਨਾਲ ਕੀ ਕੀਤੇ? ਦੋ ਦੋ ਹੱਥ ਕੀਤੇ, ਉਹਨੂੰ ਕਹਿੰਦੇ ਆ ਜਾ ਪੁੱਤਰਾ ਤੈਨੂੰ ਦੱਸਦੇ ਆ ਸਰਦਾਰ ਕੌਣ ਹੁੰਦੇ ਆ। ਠੀਕ ਹੈ, ਤਾਂ ਅੱਗੇ ਚੱਲਦੇ ਆ ਜੀ ਆਪਾਂ। ਤਾਂ 1752 ਦੇ ਵਿੱਚ ਕਹਿੰਦੇ ਜੀ ਮਜੀਠੇ ਦੇ ਨੇੜੇ ਕਹਿੰਦਾ ਅਫਗਾਨ ਸੰਘਰਸ਼ ਹੋਇਆ, ਤੇ ਜਿਹਦੇ ਵਿੱਚ ਕੀ ਹੋ ਗਏ ਜੀ? ਨੌਧ ਸਿੰਘ ਜੀ ਕੀ ਕਰ ਗਏ? ਯੋਧਾ ਸੀਗਾ ਇਹ ਵੀਰਗਤੀ ਨੂੰ ਪ੍ਰਾਪਤ ਹੋਇਆ। ਤਾਂ 1752 ਈਸਵੀ ਦੇ ਵਿੱਚ ਕੀ ਹੋ ਗਿਆ ਜੀ? ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ ਨੌਧ ਸਿੰਘ, ਉਹ ਚੜ੍ਹਾਈ ਕਰ ਗਏ। ਤਾਂ ਅੱਗੇ ਆਪਾਂ ਦੇਖਦੇ ਹਾਂ ਜੀ ਇਹਨਾਂ ਤੋਂ ਬਾਅਦ ਹੁਣ ਕੌਣ ਉੱਤਰਾਧਿਕਾਰੀ ਬਣਦਾ ਇਹਨਾਂ ਦਾ? ਨੌਧ ਸਿੰਘ ਜੀ ਦਾ। ਤਾਂ ਨੌਧ ਸਿੰਘ ਜੀ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਅੱਗੇ। ਤਾਂ ਨੌਧ ਸਿੰਘ ਜੀ ਦੇ ਅੱਗੇ ਸੀਗੇ ਚਾਰ ਪੁੱਤਰ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਬੰਦਾ ਸੀਗਾ ਘੈਂਟ ਸੀਗਾ ਚੜਤ ਸਿੰਘ। ਹੁਣ ਚੜਤ ਸਿੰਘ ਕੌਣ ਸੀਗਾ? ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਮੈਂ ਦੱਸ ਕੇ ਗਿਆ। ਤਾਂ ਇਹ ਪਿਤਾ ਜੀ ਸੀਗੇ ਕਿਹਦੇ? ਆਪਣੇ ਦਾਦਾ ਜੀ ਸੀਗੇ ਇਹਨਾਂ ਦੇ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ, ਚੜਤ ਸਿੰਘ। ਤਾਂ ਚੜਤ ਸਿੰਘ ਨੇ ਉਹਨਾਂ ਦੀ ਵਿਰਾਸਤ ਸੀਗੀ, ਕਹਿੰਦਾ ਵਾਰਸ ਸੀਗੇ ਚੜਤ ਸਿੰਘ। ਤੇ ਗੱਲ ਕਰਦੇ ਆ ਜੀ ਚੰਦਾ ਚੜਤ ਸਿੰਘ ਨੇ ਛੇਤੀ ਕਹਿੰਦੇ ਜੀ ਸ਼ੁਕਰ ਚੱਕੀਆ ਮਿਸਲ ਦੀ ਕਮਾਨ ਸੰਭਾਲ ਲਈ ਸੀਗੀ, ਤੇ ਗੁਜਰਾਂਵਾਲੇ ਨੂੰ ਕੀ ਬਣਾ ਲਿਆ? ਆਪਣੀ ਛਾਉਣੀ ਬਣਾ ਲਿਆ। ਤਾਂ ਚੜਤ ਸਿੰਘ ਨੇ ਕੀ ਕੀਤਾ ਜੀ? ਗੁਜਰਾਂਵਾਲੇ ਨੂੰ ਆਪਣੀ ਛਾਉਣੀ ਬਣਾ ਲਿਆ। ਠੀਕ ਹੈ ਜੀ, ਮੇਨ, ਠੀਕ ਹੈ, ਰਾਜਧਾਨੀ ਕਹਿ ਸਕਦੇ ਆਪਾਂ। ਤਾਂ ਅੱਗੇ ਗੱਲ ਕਰਦੇ ਆ ਜੀ, ਇਹਨਾਂ ਨੇ ਕਹਿੰਦਾ ਚੜਤ ਸਿੰਘ ਨੇ ਕਹਿੰਦਾ ਜੀ ਇੱਕ ਪਿੰਡ ਵਸਾਇਆ ਜਿਹਨੂੰ ਸ਼ੁਕਰ ਚੱਕ ਕਹਿੰਦੇ ਆ ਜੀ, ਤੇ ਸ਼ੁਕਰ ਚੱਕ ਵਸਾਉਣ ਕਰਕੇ ਇਹਦਾ ਨਾਮ ਕੀ ਪੈ ਗਿਆ? ਸ਼ੁਕਰ ਚੱਕੀਆ ਪੈ ਗਿਆ। ਠੀਕ ਹੈ, ਤਾਂ ਚੜਤ ਸਿੰਘ ਆਪਣੇ ਨਾਮ ਪਿੱਛੇ ਸ਼ੁਕਰ ਚੱਕੀਆ ਲਾਉਂਦਾ ਸੀ, ਤੁਹਾਨੂੰ ਮੈਂ ਦੱਸਿਆ ਹੀ ਸੀਗਾ।
ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ। ਇਹਦੇ ਵਿੱਚ ਅਗਲੀ ਗੱਲ ਹੈਗੀ ਆ ਜੀ, ਜਿਹੜਾ ਚੜ੍ਹਤ ਸਿੰਘ ਹੈ ਜੀ, ਚੜ੍ਹਤ ਸਿੰਘ ਨੇ ਕਹਿੰਦਾ ਜੀ ਲਾਹੌਰ ਦੇ ਜਿਹੜੇ ਅਫਗਾਨੀ ਗਵਰਨਰ ਆ ਅਹਿਮਦ ਸ਼ਾਹ ਅਬਦਾਲੀ ਨਾਲ ਕਈ ਗਿਲੇ ਸਨ। ਤਾਂ ਉਹਨਾਂ ਨਾਲ ਮਤਲਬ ਕਿ ਉਹਨਾਂ ਨਾਲ ਰੋਸ ਸੀਗਾ, ਪਤਾ ਸੀਗਾ, ਠੀਕ ਹੈ ਜੀ। ਤਾਂ ਕਹਿੰਦੇ ਜੀ ਚੜ੍ਹਤ ਸਿੰਘ ਦੀ ਜਿਹੜੀ ਆਖਰੀ ਝੜਪ ਹੋਈ ਆ ਜੰਮੂ ਦੇ ਵਿੱਚ ਹੋਈ ਆ, ਜਿੱਥੇ ਉਹਨਾਂ ਦੀ ਆਪਦੀ ਬੰਦੂਕ ਫਟ ਗਈ ਸੀ, ਜਿਹਦੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਸੀਗੇ। ਤਾਂ ਉਹ ਠੀਕ ਨਹੀਂ ਹੋਏ, ਉਸ ਤੋਂ ਬਾਅਦ ਉਹਨਾਂ ਦੀ ਕੀ ਹੋ ਗਈ, ਮੌਤ ਹੋ ਗਈ। ਤਾਂ ਚੜ੍ਹਤ ਸਿੰਘ ਜੀ ਦੀ ਹੁਣ ਮੌਤ ਹੋ ਗਈ ਆ। ਤੇ ਚੜ੍ਹਤ ਸਿੰਘ ਤੋਂ ਬਾਅਦ ਹੁਣ ਕੌਣ ਬਣੂਗਾ ਜੀ, ਚੜ੍ਹਤ ਸਿੰਘ ਦਾ ਜਿਹੜਾ ਪੁੱਤਰ ਸੀਗਾ ਮਹਾਂ ਸਿੰਘ। ਤਾਂ ਮਹਾਂ ਸਿੰਘ ਬਣਨਗੇ ਉਹਦੇ ਉੱਤਰਾਧਿਕਾਰੀ। ਤਾਂ ਆਪਣੀ ਪਦਵੀ ਨੂੰ ਹੋਰ ਤਾਕਤ ਕਰਨ ਲਈ ਕਹਿੰਦਾ ਜੀ, ਜਿਹੜੇ ਮਹਾਂ ਸਿੰਘ ਸੀਗੇ, ਐਕਚੁਅਲੀ ਮਹਾਂ ਸਿੰਘ ਦੇ ਜਿਹੜੇ ਮਾਤਾ ਸੀ ਨਾ, ਉਹ ਬਹੁਤ ਸਿਆਣੇ ਸੀਗੇ। ਉਹਨਾਂ ਦੀ ਮਾਤਾ ਜੀ ਨੇ ਫਿਰ ਕੀ ਕੀਤਾ, ਇਹਨਾਂ ਨੂੰ ਸਟਰੋਂਗ ਕਰਨ ਵਾਸਤੇ, ਠੀਕ ਹੈ ਜੀ। ਤਾਂ ਇਹਨਾਂ ਦੀ ਜਿਹੜੀ ਵਿਆਹ ਸੀਗਾ ਇਹ ਜੀਂਦ ਦੇ ਜਿਹੜੇ ਰਾਜਾ ਰਾਜਾ ਸੀਗਾ ਗਜਪਤ, ਉਹਨਾਂ ਦੀ ਪੁੱਤਰੀ ਨਾਲ ਕਰਾਤਾ। ਤਾਂ ਕੌਣ ਪੁੱਤਰੀ ਕੌਣ ਸੀਗੀ, ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਦਰ ਸੀਗੇ, ਠੀਕ ਹੈ ਜੀ। ਤੇ ਮਹਾਂ ਸਿੰਘ ਕੌਣ ਨੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ। ਤਾਂ ਧਿਆਨ ਦੇ ਨਾਲ, ਸ਼ਾਇਦ ਮੈਨੂੰ ਲੱਗਦਾ ਪਿੱਛੇ ਥੋੜੀ ਜਿਹੀ ਮੇਰੇ ਤੋਂ ਵੀ ਮਿਸਟੇਕ ਹੋ ਗਈ ਕੁਝ ਬੋਲਣ ਤੇ, ਦਾਦੇ ਪੜਦਾਦੇ ਦੇ ਵਿੱਚ ਧਿਆਨ ਰੱਖਣਾ। ਚੜ੍ਹਤ ਸਿੰਘ ਗੱਲ ਕਰਦੇ ਹਾਂ ਜੀ ਆਪਾਂ, ਪਹਿਲਾਂ ਦੇਖੋ ਰਣਜੀਤ ਸਿੰਘ, ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ, ਮਹਾਂ ਸਿੰਘ ਦੇ ਪਿਤਾ ਚੜ੍ਹਤ ਸਿੰਘ ਜੀ। ਚੜ੍ਹਤ ਸਿੰਘ ਦੇ ਅੱਗੇ ਆਪਾਂ ਦੇਖਦੇ ਹਾਂ, ਦੇਖੋ ਪਿੱਛੇ ਚੱਲਦੇ ਹਾਂ ਥੋੜਾ ਜਿਹਾ, ਹੋ ਸਕਦਾ ਮੇਰੇ ਤੋਂ ਬੋਲਣ ਲੱਗੇ ਕੁਝ ਗਲਤੀ ਹੋ ਗਈ ਹੋਵੇ। ਚੜ੍ਹਤ ਸਿੰਘ ਤੋਂ ਆਪਾਂ ਅੱਗੇ ਚੱਲਦੇ ਹਾਂ ਜੀ, ਪਿੱਛੇ ਚੱਲਦੇ ਥੋੜਾ ਜਿਹਾ। ਚੜ੍ਹਤ ਸਿੰਘ ਤੋਂ ਬਾਅਦ ਕੀ ਹੈ ਜੀ, ਆਪਣੇ ਆਪਣੇ ਬੁੱਢਾ ਸਿੰਘ ਜੀ। ਬੁੱਢਾ ਸਿੰਘ ਤੋਂ ਆਪਾਂ ਪੜ੍ਹਦੇ ਆਏ ਹਾਂ, ਦੇਖੋ ਬੁੱਢਾ ਸਿੰਘ, ਬੁੱਢਾ ਸਿੰਘ ਤੋਂ ਵੀ ਹੈ ਨੌਧ ਸਿੰਘ, ਨੌਧ ਸਿੰਘ ਤੋਂ ਬਾਅਦ ਕੀ ਹੈ, ਚੜ੍ਹਤ ਸਿੰਘ, ਚੜ੍ਹਤ ਸਿੰਘ ਤੋਂ ਬਾਅਦ ਕੌਣ ਹੈ, ਮਹਾਂ ਸਿੰਘ, ਠੀਕ ਹੈ ਜੀ। ਤਾਂ ਸਾਰਾ ਕੁਝ ਯਾਦ ਰੱਖਣਾ। ਤਾਂ ਕਹਿੰਦੇ ਜੀ ਚੜ੍ਹਤ ਸਿੰਘ ਨੇ ਸ਼ੁਕਰਚੱਕ ਪਿੰਡ ਵਿਕਸਿਤ ਕੀਤਾ ਸੀਗਾ, ਜਿਹਦੇ ਕਰਕੇ ਨਾਂ ਕੀ ਪੈ ਗਿਆ, ਸ਼ੁਕਰਚੱਕੀਆ ਪੈ ਗਿਆ। ਤਾਂ ਚਲੋ ਜੀ ਅੱਗੇ ਆਪਾਂ ਪੜ੍ਹਿਆ, ਦੇਖੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਤਾਂ ਬੰਦੂਕ ਫਟਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਨੇ ਫਿਰ ਆਪਣੇ ਪੁੱਤਰ ਜਿਹੜੇ ਮਹਾਂ ਸਿੰਘ ਸੀਗੇ ਉਹਨਾਂ ਨੂੰ ਉੱਤਰਾਧਿਕਾਰੀ ਬਣਾਤਾ, ਤੇ ਉਹਨਾਂ ਨੇ ਪਦਵੀ ਨੂੰ ਹੋਰ ਤਾਕਤ ਕਰਨ ਵਾਸਤੇ ਜੀਂਦ ਦੇ ਰਾਜੇ ਗਜਪਤ ਦੀ ਪੁੱਤਰੀ ਨਾਲ ਵਿਆਹ ਕਰਾ ਲਿਆ। ਤਾਂ ਵਿਆਹ ਕਰਾ ਲਿਆ ਜੀ, ਠੀਕ ਹੈ। ਤੇ ਜੰਮੂ ਦੇ ਉੱਪਰ ਅਧਿਕਾਰਾਂ ਨੂੰ ਲੈ ਕੇ ਕਹਿੰਦੇ ਜੀ ਮਹਾਂ ਸਿੰਘ ਦੀ ਜੀ ਹੁਣ ਦੇਖੋ ਇਹ ਲਾਈਨ ਸਭ ਤੋਂ ਇਤਿਹਾਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਇਹ ਲਾਈਨ। ਇਹ ਲਾਈਨ ਦਾ ਕਾਰਨ ਕੀ ਹੈ, ਕਹਿੰਦੇ ਜੀ ਜੰਮੂ ਦੇ ਉੱਪਰ ਅਧਿਕਾਰਾਂ ਨੂੰ ਲੈ ਕੇ, ਜੰਮੂ ਦੇ ਕਰਕੇ ਨਾ ਥੋੜੀ ਜੀ ਕਨਫਲਿਕਟ ਹੋ ਗਿਆ ਸੀ ਇਹਨਾਂ ਦੇ ਵਿੱਚ, ਕਿਹਦੇ ਵਿੱਚ, ਮਹਾਂ ਸਿੰਘ ਦੀ ਕਨ੍ਹਈਆ ਮਿਸਲ। ਤਾਂ ਕਨ੍ਹਈਆ ਮਿਸਲ ਅੱਗੇ ਜਾ ਕੇ ਤੁਹਾਨੂੰ ਪਤਾ ਕੀ ਗੱਲ ਹੈ, ਇਹ ਜਿਹੜੀ ਕਨ੍ਹਈਆ ਮਿਸਲ ਹੈ, ਕਨ੍ਹਈਆ ਮਿਸਲ ਦੀ ਜਿਹੜੀ ਮਤਲਬ ਕਿ ਜਿਹੜੀ ਇਹਨਾਂ ਦੀ ਰਾਜਕੁਮਾਰੀ ਹੈ ਮਹਿਤਾਬ ਕੌਰ, ਉਹਦੇ ਨਾਲ ਹੀ ਵਿਆਹ ਹੋਣਾ ਰਣਜੀਤ ਸਿੰਘ ਦਾ, ਤਾਂ ਧਿਆਨ ਨਾਲ ਕਹਿ ਰਿਹਾ ਮੈਂ। ਤਾਂ ਕਹਿੰਦਾ ਜੀ ਜੰਮੂ ਦੇ ਅਧਿਕਾਰਾਂ ਨੂੰ ਲੈ ਕੇ ਮਹਾਂ ਸਿੰਘ ਦੀ ਕਨ੍ਹਈਆ ਮਿਸਲ ਦੇ ਨਾਲ ਝੜਪ ਹੋ ਗਈ ਹੈ। ਤੇ ਇਸ ਝੜਪ ਦੇ ਵਿੱਚ ਜਿਹੜੇ ਕਨ੍ਹਈਆ ਮਿਸਲ ਦੇ ਆਗੂ ਸੀਗੇ, ਇਹ ਮਿਸਲ ਹੈ ਜੀ ਥੋੜਾ ਜਿਹਾ ਗਲਤ ਲਿਖਿਆ ਗਿਆ, ਕਨ੍ਹਈਆ ਮਿਸਲ ਦੇ ਜਿਹੜੇ ਆਗੂ ਸੀਗੇ ਜੈ ਸਿੰਘ ਤੇ ਉਹਦੇ ਪੁੱਤਰ ਗੁਰਬਖਸ਼ ਸਿੰਘ ਦੀ ਮੌਤ ਹੋ ਗਈ। ਤਾਂ ਗੁਰਬਖਸ਼ ਸਿੰਘ ਕੌਣ ਹੈ, ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਹੁਰਾ ਬਣਨਗੇ, ਠੀਕ ਹੈ ਜੀ। ਤਾਂ ਉੱਥੇ ਦੋ ਬੰਦਿਆਂ ਦੀ ਡੈਥ ਹੋ ਗਈ ਭਾਈ। ਤੇ ਡੈਥ ਕਿਹਨੇ ਕੀਤੀ ਹੈ, ਇਹ ਇਹਦੇ ਦਾਦਾ ਸੀਗੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਮਹਾਂ ਸਿੰਘ। ਤੇ ਇਹਨਾਂ ਦੀ ਜਿਹੜੀ ਪਤਨੀ ਸੀਗੀ ਉਹਦੇ ਦਾਦਾ ਕੌਣ ਸੀਗੇ, ਜੈ ਸਿੰਘ। ਤੇ ਉਹਨਾਂ ਦੇ ਪਿਤਾ ਕੌਣ ਸੀਗੇ, ਗੁਰਬਖਸ਼ ਸਿੰਘ ਜੀ ਦੀ ਮੌਤ ਹੋ ਗਈ ਹੈ। ਤਾਂ 1792 ਈਸਵੀ ਦੇ ਵਿੱਚ ਜਿਹੜੇ ਮਹਾਂ ਸਿੰਘ ਜੀ ਸੀਗੇ ਉਹਨਾਂ ਦੀ ਵੀ ਮੌਤ ਹੋ ਗਈ ਸੀ, ਚਲੋ ਨੈਚੁਰਲ ਡੈਥ ਹੋਈ ਸੀ ਉਹਨਾਂ ਦੀ। ਤਾਂ ਇਸ ਤੋਂ ਬਾਅਦ ਹੋਇਆ ਕਿ ਆਪਣੇ ਪਿਤਾ ਜੀ ਜਦੋਂ ਮੌਤ ਹੋ ਗਈ, ਉਸ ਤੋਂ ਬਾਅਦ ਕੌਣ ਰਹਿ ਗਏ, ਇਕੱਲੇ ਰਣਜੀਤ ਸਿੰਘ ਜੀ ਰਹਿ ਗਏ। ਤੇ 12 ਸਾਲ ਦੀ ਉਮਰ ਦੇ ਵਿੱਚ ਕੌਣ ਬਣੇ, ਇਹ ਉੱਤਰਾਧਿਕਾਰੀ ਬਣੇ। ਸਿਰਫ ਕੇਵਲ 12 ਸਾਲ ਦੀ ਉਮਰ ਸੀ ਜਦੋਂ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ, ਪਿਤਾ ਜੀ ਦੀ ਡੈਥ ਹੋ ਗਈ। ਤਾਂ ਚਲੋ ਜੀ ਆਪਾਂ ਦੇਖਦੇ ਹਾਂ ਜੀ ਉਸ ਤੋਂ ਬਾਅਦ ਹੋਇਆ ਕੀ ਹੈ ਜੀ, ਪਿਤਾ ਦੀ ਜਗ੍ਹਾ ਤੇ ਕਹਿੰਦੇ ਜੀ ਸ਼ੁਕਰ ਚੱਕੀਆਂ ਮਿਸਲ ਦੇ ਸ਼ਾਸਕ ਬਣੇ ਤੇ ਮਾਤਾ ਰਾਜ ਕੌਰ ਦਾ ਸਹਾਰਾ ਮਿਲਿਆ। ਰਾਜ ਕੌਰ ਕੌਣ, ਇਹਨਾਂ ਦੇ ਜਿਹੜੇ ਮਦਰ ਸੀਗੇ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ, ਤੇ ਨਾਲ ਇਹਨਾਂ ਦੇ ਇੱਕ ਸਹਾਇਕ ਦੀਵਾਨ ਸੀਗੇ ਲਖਪਤ ਰਾਏ, ਜਿਹਦੇ ਨਾਲ ਮਿਲ ਕੇ ਕੀ ਕਰਦੇ ਸੀਗੇ, ਰਾਜ ਭਾਗ ਚਲਾ ਰਹੇ ਸੀ, ਸੰਪਤੀ ਦਾ ਬੰਦੋਬਸਤ ਕਰਦੇ ਸੀਗੇ। ਤਾਂ 15-16 ਵਰਿਆਂ ਦੇ ਸੀਗੇ ਜਦੋਂ ਇਹਨਾਂ ਨੇ ਕਨ੍ਹਈਆ ਮਿਸਲ ਦੇ ਸੰਸਥਾਪਕ, ਕਨ੍ਹਈਆ ਮਿਸਲ ਦੇ ਸੰਸਥਾਪਕ ਕੌਣ ਨੇ, ਜੈ ਸਿੰਘ, ਜਿਹੜੇ ਕਿ ਇਹਨਾਂ ਦੇ ਦਾਦੇ ਨਾਲ ਲੜਾਈ ਹੋਈ ਸੀਗੀ ਜਦੋਂ ਮਹਾਂ ਸਿੰਘ ਨੇ ਇਹਨਾਂ ਜੈ ਸਿੰਘ ਨੂੰ ਤੇ ਇਹਦੇ ਪੁੱਤਰ ਜਿਹੜੇ ਗੁਰਬਖਸ਼ ਸਿੰਘ ਆ ਉਹਨੂੰ ਮੌਤ ਦੇ ਘਾਟ ਉਤਾਰਤਾ ਸੀਗਾ। ਤਾਂ ਕਹਿੰਦਾ ਜੀ 15-16 ਸਾਲ ਦੇ ਹੋਣਗੇ ਜਦੋਂ ਕਨ੍ਹਈਆ ਮਿਸਲ ਦੇ ਸੰਸਥਾਪਕ ਜੈ ਸਿੰਘ, ਕਨ੍ਹਈਆ ਦੀ ਪੋਤੀ ਤੇ ਗੁਰਬਖਸ਼ ਸਿੰਘ ਦੀ ਸਦਾ ਕੌਰ ਦੀ ਇਕਲੌਤੀ ਬੇਟੀ ਮਹਿਤਾਬ ਕੌਰ ਨਾਲ ਵਿਆਹ ਹੋਇਆ। ਤਾਂ ਸਦਾ ਕੌਰ ਦਾ ਦੇਖੋ ਅੱਗੇ ਜਾ ਕੇ ਬਹੁਤ ਇੰਪੋਰਟੈਂਟ ਰੋਲ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਈਫ ਦੇ ਵਿੱਚ। ਤੇ ਸਦਾ ਕੌਰ ਦੇਖੋ ਜਦੋਂ ਗੁਰਬਖਸ਼ ਸਿੰਘ ਦੀ ਡੈਥ ਹੋ ਜਾਂਦੀ ਹੈ ਤਾਂ ਸਦਾ ਕੌਰ ਹੀ ਬਣਦੇ ਨੇ ਕਨ੍ਹਈਆ ਮਿਸਲ ਦੇ ਸਰਦਾਰ। ਤਾਂ ਤੁਹਾਨੂੰ ਪਿੱਛੇ ਕਰਾ ਕੇ ਵੀ ਗਿਆ, ਕਨ੍ਹਈਆ ਮਿਸਲ ਸਰਦਾਰ ਕੌਣ ਨੇ, ਜੈ ਸਿੰਘ ਕਨ੍ਹਈਆ, ਠੀਕ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਇਹਨਾਂ ਦਾ ਵਿਆਹ ਹੋ ਗਿਆ ਬਟ ਵਿਆਹ ਜਿਹੜਾ ਹੈਗਾ ਇੰਨਾ ਸਕਸੈਸਫੁਲ ਨਹੀਂ ਰਿਹਾ। ਉਹਦਾ ਕਾਰਨ ਕੀ ਹੈ ਤੁਹਾਨੂੰ ਮੈਂ ਦੱਸਦਾ ਕੀ ਕਾਰਨ ਹੈ। ਤਾਂ 1696 ਈਸਵੀ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ ਮਹਿਤਾਬ ਕੌਰ ਦੇ ਨਾਲ, ਬਟ ਆਪ ਜੀ ਦਾ ਜਿਹੜਾ ਪਾਲਣ ਪੋਸ਼ਣ ਹੈ ਜ਼ਿਆਦਾਤਰ ਕਿਹਨੇ ਕੀਤਾ, ਸਦਾ ਕੌਰ ਨੇ, ਕਿਉਂਕਿ 12 ਸਾਲ ਦੀ ਉਮਰ ਸੀ ਲਿਹਾਜ਼ਾ। ਤਾਂ 12 ਸਾਲ ਦੀ ਉਮਰ ਦੇ ਵਿੱਚ ਚਾਹੇ ਇਹ ਬਹੁਤ ਤਕੜੇ ਤੇਜ਼ ਦਿਮਾਗ ਵਾਲੇ ਸੀ ਬਟ ਫਿਰ ਵੀ 12 ਸਾਲ ਦਾ ਉਮਰ ਦਾ ਇੱਕ ਬੱਚਾ ਹੀ ਹੁੰਦਾ। ਤਾਂ ਸਦਾ ਕੌਰ ਜੀ ਨੇ ਇਹਨਾਂ ਨੇ ਕਮਾਂਡ ਸੰਭਾਲੀ, ਇਹਨਾਂ ਦੇ ਜਿਹੜੇ ਸੱਸ ਸੀਗੇ। ਪਰ ਜਿਹੜੀ ਮਹਿਤਾਬ ਕੌਰ ਸੀਗੀ ਰਾਜੇ, ਉਹ 2 ਸਾਲ ਛੋਟੀ ਸੀਗੀ, ਮਤਲਬ ਕਿ ਜੇ ਇਹ 12 ਸਾਲ ਦੇ 13-14 ਸਾਲ ਦੀ ਉਮਰ 'ਚ ਵਿਆਹ ਹੋਇਆ ਤਾਂ ਉਹ 12 ਸਾਲ ਦੀ ਸੀਗੀ। ਤਾਂ ਹਾਲਾਂਕਿ ਕਹਿੰਦੇ ਜਿਹੜਾ ਵਿਆਹ ਹੈਗਾ ਨਾਕਾਮ ਰਿਹਾ, ਕਿਉਂਕਿ ਮਹਿਤਾਬ ਕੌਰ ਕਦੇ ਇਹ ਨਹੀਂ ਭੁੱਲੀ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਉਹਦੇ ਜਿਹੜੇ ਪਿਤਾ ਨੇ ਜਾਨ ਲਈ ਸੀ ਕਿਹਦੀ, ਉਹਦੇ ਪਿਤਾ ਦੀ, ਠੀਕ ਹੈ ਜੀ। ਤੁਹਾਨੂੰ ਦੱਸਿਆ ਨਾ ਜਿਹੜਾ ਉਹ
ਮਹਿਤਾਬ ਕੌਰ ਦਾ ਜਿਹੜਾ ਪਿਤਾ ਤੇ ਦਾਦਾ ਜਿਹੜਾ ਹੈਗਾ ਜੈ ਸਿੰਘ ਤੇ ਜਿਹੜਾ ਗੁਰਬਖਸ਼ ਸਿੰਘ ਉਹਦੀ ਡੈਥ ਹੋ ਗਈ ਸੀ ਜਦੋਂ ਜੰਮੂ ਵਾਲਾ ਕਨਫਲਿਕਟ ਹੋਇਆ, ਤਾਂ ਕਰਕੇ ਉਹ ਭੁੱਲੀ ਨਹੀਂ ਤੇ ਉਹ ਇਸ ਕਰਕੇ ਇੰਨੀ ਖੁਸ਼ ਨਹੀਂ ਸੀਗੀ ਤੇ ਉਹ ਜ਼ਿਆਦਾਤਰ ਆਪਣੇ ਪੇਕਿਆਂ ਵਿੱਚ ਹੀ ਰਹਿੰਦੀ ਸੀਗੀ, ਮਤਲਬ ਕਿ ਰਣਜੀਤ ਸਿੰਘ ਜੀ ਨਾਲ ਬਹੁਤ ਘੱਟ ਰਹੀ ਹੈ। ਓਕੇ ਹੈ ਜੀ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਇਤਿਹਾਸਕਾਰਾਂ ਅਨੁਸਾਰ ਮਹਾਰਾਣੀ ਦੀ ਜਿਹੜੀ ਉਪਾਧੀ ਹੈਗੀ ਆ ਸਿਰਫ ਉਹਨੂੰ ਹੀ ਮਿਲੀ ਸੀਗੀ ਮਹਿਤਾਬ ਕੌਰ ਨੂੰ, ਤੇ ਬਾਕੀ ਸਭ ਰਾਣੀਆਂ ਸੀਗੀਆਂ, ਠੀਕ ਹੈ। ਲੇਕਿਨ ਲਾਸਟ ਦੇ ਵਿੱਚ ਜਦੋਂ ਮੌਤ ਹੁੰਦੀ ਹੈ ਤਾਂ ਆਖਰੀ ਰਾਣੀ ਜਿਹੜੀ ਜਿੰਦ ਕੌਰ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਮਹਾਰਾਣੀ ਦੀ ਉਪਾਧੀ ਮਿਲੀ ਹੈ। ਆਪਾਂ ਨੂੰ ਪਤਾ ਜਿੰਦ ਕੌਰ ਕੌਣ ਨੇ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਸਭ ਤੋਂ ਛੋਟੇ ਸਪੁੱਤਰ ਦਲੀਪ ਸਿੰਘ ਤੇ ਮਹਾਰਾਣੀ ਰਾਣੀ ਜਿੰਦ ਕੌਰ ਜੀ, ਜਿਹੜੇ ਅੰਗਰੇਜ਼ਾਂ ਦੁਆਰਾ ਬੰਦੀ ਬਣਾ ਲਏ ਗਏ ਸੀਗੇ। ਤੁਸੀਂ ਸ਼ਾਇਦ ਬਲੈਕ ਪ੍ਰਿੰਸ ਫਿਲਮ ਦੇਖੀ ਹੋਵੇ, ਚਲੋ ਜੇ ਨਹੀਂ ਦੇਖੀ ਤਾਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਇੱਥੇ ਦਿਖਾ ਦੂੰਗਾ ਫਿਲਮ, ਠੀਕ ਹੈ। ਕਹਿਣ ਦਾ ਮਤਲਬ ਆਪਾਂ ਇੱਥੇ ਫਿਲਮ ਵਾਂਗੂ ਪੜ੍ਹ ਲਾਂਗੇ। ਤਾਂ ਅੱਗੇ ਗੱਲ ਕਰਦੇ ਹਾਂ ਜੀ। ਰਣਜੀਤ ਸਿੰਘ ਜੀ ਦੀ ਉਮਰ ਸੀਗੀ 18 ਸਾਲ ਦੀ ਸੀਗੀ ਜਦੋਂ ਉਹਨਾਂ ਦੀ ਮਾਂ ਦੀ ਡੈਥ ਹੋ ਗਈ ਆ, ਠੀਕ ਹੈ ਜੀ। ਤਾਂ ਦੀਵਾਨ ਲਖਪਤ ਰਾਏ ਦੀ ਵੀ ਹੱਤਿਆ ਹੋ ਗਈ ਸੀਗੀ। ਤਾਂ ਉਸ ਤੋਂ ਪਹਿਲੀ ਪਤਨੀ ਮਹਿਤਾਬ ਕੌਰ ਜਿਹੜੀ ਮਾਤਾ ਹੈਗੇ ਸਦਾ ਕੌਰ, ਉਹ ਬਣੇ ਆ ਜੀ ਉਹਨਾਂ ਦੇ ਆਗੂ, ਉਹਨਾਂ ਦੇ ਮਾਰਗਦਰਸ਼ਨ ਕਰਨ ਵਾਸਤੇ, ਕਿਉਂਕਿ ਮਾਂ ਦੀ ਡੈਥ ਹੋ ਗਈ। ਮੇਨ ਮਾਂ ਹੈਲਪ ਕਰਦੇ ਸੀਗੇ ਜਾਂ ਫਿਰ ਲਖਪਤ ਰਾਏ ਜਿਹੜਾ ਦੀਵਾਨ ਸੀ ਉਹ ਕਰਦਾ ਸੀ। ਦੋਵਾਂ ਦੀ ਡੈਥ ਹੋ ਗਈ ਹੈ ਤਾਂ ਬਚਿਆ ਕੌਣ? ਫਿਰ ਪਤਨੀ ਜਿਹੜੀ ਮਹਿਤਾਬ ਕੌਰ ਉਹਦੇ ਨਾਲ ਵੈਸੇ ਨਹੀਂ ਬਣਦੀ ਗੀ, ਠੀਕ ਹੈ ਜੀ। ਰਹਿ ਕੌਣ ਗਏ? ਉਹਨਾਂ ਦੇ ਸੱਸ ਜਿਹੜੇ ਮਾਤਾ ਸਦਾ ਕੌਰ, ਠੀਕ ਹੈ ਜੀ। ਉਹਨਾਂ ਨੇ ਬਹੁਤ ਹੈਲਪ ਕੀਤੀ ਇਹਨਾਂ ਦੀ, ਰਣਜੀਤ ਸਿੰਘ ਜੀ ਦੀ। ਤਾਂ ਮਾਤਾ ਸਦਾ ਕੌਰ ਨੇ ਰਣਜੀਤ ਸਿੰਘ ਦੇ ਰਾਜ ਦੀ ਬੁਨਿਆਦ ਰੱਖਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ। ਤਾਂ ਕਹਿੰਦੇ ਜੀ ਜਿਹੜਾ ਅਫਗਾਨ ਦਾ ਜਿਹੜਾ ਸ਼ਾਸਕ ਸੀਗਾ ਸ਼ਾਹ ਜਮਾਨ, ਇਹ ਬਹੁਤ ਇੰਪੋਰਟੈਂਟ ਲਾਈਨ ਹੈ, ਇੰਨੀ ਇੰਪੋਰਟੈਂਟ ਲਾਈਨ ਔਰ ਮੇਰੀ ਫੇਵਰਟ ਹੈ। ਫੇਵਰਟ ਕਿਉਂ ਹੈ ਤੁਹਾਨੂੰ ਮੈਂ ਦੱਸੂਗਾ ਅੱਜ। ਇੱਕ ਬਹੁਤ ਵਧੀਆ ਗੱਲ ਦੱਸ ਕੇ ਜਾਊਂਗਾ, ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਵੀ ਕਰਿਓ ਵੀ ਚੰਗੀ ਗੱਲ ਹੈ ਕਿ ਮਾੜੀ ਹੈ। ਅਹਿਮਦ ਸ਼ਾਹ ਜਿਹੜਾ ਸ਼ਾਹਜਮਾਨ ਹੈ, ਸ਼ਾਹਜਮਾਨ ਕੌਣ ਹੈ? ਪੁੱਤਰ ਹੈ ਕਿਹਦਾ? ਅਹਿਮਦ ਸ਼ਾਹ ਅਬਦਾਲੀ ਦਾ ਸ਼ਾਹਜਮਾਨ। ਤਾਂ ਸ਼ਾਹਜਮਾਨ ਨੇ ਕਹਿੰਦਾ 30,000 ਬੰਦੇ ਲੈ ਕੇ ਇਹਨਾਂ ਨੇ ਚੜ੍ਹਾਈ ਕਰਤੀ, ਪੰਜਾਬ ਦੇ ਵਿੱਚ ਲੁੱਟਮਾਰ ਕਰਨੀ ਸ਼ੁਰੂ ਕਰਤੀ। ਤਾਂ ਇਧਰੋਂ ਇਹ ਉਹਦਾ ਪੁੱਤਰ ਹੈ ਅਹਿਮਦ ਸ਼ਾਹ ਅਬਦਾਲੀ ਦਾ, ਉਧਰੋਂ ਚੜ੍ਹ ਸਿੰਘ ਦਾ ਪੁੱਤਰ ਕੌਣ ਹੈ? ਰਣਜੀਤ ਸਿੰਘ, ਠੀਕ ਹੈ ਜੀ। ਤਾਂ ਇਹਨੇ ਕੀ ਕੀਤਾ, ਜਿਹੜਾ ਸ਼ਾਹਜਮਾਨ ਹੈਗਾ ਥੋੜੇ ਜਿਹੇ ਬੰਦੇ ਲੈ ਕੇ ਨਾ ਇੱਕ ਸੰਮਨ ਬੁਰਜ ਹੈ, ਸੰਮਨ ਬੁਰਜ ਨਾਮ ਸਮਝ ਲਓ ਇੱਕ ਕਿਲਾ ਹੈ ਸੰਮਨ ਬੁਰਜ, ਉੱਥੇ ਜਾ ਕੇ ਇਹ ਕੀ ਆ ਬਦਮਾਸ਼ੀ ਦਿਖਾ ਰਿਹਾ ਸੀਗਾ। ਤਾਂ ਜਦੋਂ ਰਣਜੀਤ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਇਹ ਉੱਥੇ ਪਹੁੰਚ ਗਏ ਆਪਣੇ। ਦੇਖੋ ਇਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਆ ਉਸ ਕੋਲੇ ਬਹੁਤ ਤਾਕਤ ਸੀਗੀ, ਬਹੁਤ ਜਿਹੜੀਆਂ ਆਧੁਨਿਕ ਹਥਿਆਰ ਸੀਗੇ, ਤੋਪਾਂ ਸੀਗੀਆਂ। ਲੇਕਿਨ ਰਣਜੀਤ ਸਿੰਘ ਜੀ ਉਦੋਂ ਦੇਖੋ ਹਜੇ ਚੜ੍ਹਾਈ ਕਰ ਰਹੇ ਸੀਗੇ, 12-14 ਸਾਲ ਦੀ ਉਮਰ ਸੀਗੀ। ਤਾਂ ਇਹ ਆਪਣੇ ਕੁਝ ਸਿਪਾਹੀਆਂ ਨੂੰ ਲੈ ਕੇ, ਕੁਝ ਸਿੰਪਲ ਜਿਹੀਆਂ ਬੰਦੂਕਾਂ ਲੈ ਕੇ ਜਾ ਵੜੇ। ਤਾਂ ਜਿਹੜਾ ਉਹ ਕਿਲਾ ਸੀਗਾ ਬਹੁਤ ਉੱਚਾ ਸੀਗਾ, ਨੀਚੇ ਖੜ ਕੇ ਇਹਨਾਂ ਨੇ 2-3 ਫਾਇਰ ਕੀਤੇ। ਅੱਗੋਂ ਆਵਾਜ਼ ਆਈ ਹੈ ਕੌਣ ਹੈ? ਤਾਂ ਇਹਨਾਂ ਨੇ ਕਿਹਾ, ਦੇਖੋ ਪੂਰਾ ਗਰਜ ਕੇ ਕਿਹਾ ਇਹਨਾਂ ਨੇ, ਕਹਿੰਦਾ ਬਾਹਰ ਨਿਕਲ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ, ਤੈਨੂੰ ਚੜ੍ਹਤ ਸਿੰਘ ਦਾ ਪੁੱਤਰ ਰਣਜੀਤ ਸਿੰਘ ਲਲਕਾਰਦਾ। ਤਾਂ ਦੇਖੋ ਕਿੰਨਾ, ਦੇਖੋ ਜੋਸ਼ ਹੋਊਗਾ, ਕਿੰਨੀ ਬਹਾਦਰੀ ਹੋਊਗੀ, ਇਕੱਲੇ ਲੜਨ ਚਲੇ ਗਏ ਉੱਥੇ। ਤਾਂ ਇਹ ਸੁਣ ਕੇ ਕਹਿੰਦੇ ਜੀ ਜਿਹੜਾ ਸ਼ਾਸਕ ਸੀਗਾ ਸ਼ਾਹਜਮਾਨ, ਕਹਿੰਦਾ ਜੀ ਉਹ ਰਾਤੋਂ ਰਾਤ ਭੱਜ ਗਿਆ ਸੀ ਵਾਪਸ ਆਪਣਾ, ਠੀਕ ਹੈ ਜੀ। ਤੇ ਇਹ ਮੈਂ ਤੁਹਾਨੂੰ ਇਹ ਗੱਲ ਦੱਸੀ ਆ ਜਾਣ ਕੇ। ਕਈ ਨਾ ਕਹਿ ਦਿੰਦੇ ਆ ਵੀ ਜਿਹੜੇ ਨਾਮ ਰੱਖਦੇ ਆ ਆਪਾਂ, ਬੱਚਿਆਂ ਦੇ ਨਾਮ ਰੱਖਦੇ ਆ ਜਾਂ ਆਪਣੇ ਜਿਹੜੇ ਭੈਣ ਭਰਾਵਾਂ ਦੇ ਨਾਮ ਹੈਗੇ ਆ, ਵੀ ਇਹਦਾ ਨਾਮ ਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ, ਬੰਦੇ ਦੇ ਕਰੈਕਟਰ ਸਹੀ ਹੋਣਾ ਚਾਹੀਦਾ। ਨਹੀਂ, ਪਰ 16ਵੀਂ ਸਦੀ ਦੇ ਵਿੱਚ ਬੰਦਿਆਂ ਦੇ ਨਾਮ ਰੱਖੇ ਜਾਂਦੇ ਸੀਗੇ, ਬੜੇ ਸੋਚ ਕੇ ਰੱਖੇ ਜਾਂਦੇ ਸੀ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਰਣਜੀਤ ਰੱਖਿਆ ਗਿਆ, ਤਾਂ ਰਣਜੀਤ ਤਾਂ ਹੀ ਰੱਖਿਆ ਗਿਆ, ਉਹਨਾਂ ਨੇ ਦੇਖੋ ਰਣਜੀਤ ਮਤਲਬ ਕਿ ਉਹਨਾਂ ਨੇ ਆਪਣੇ ਨਾਮ ਨੂੰ ਪੁਗਾਇਆ ਵੀ ਆ, ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਕੀ ਕੀਤੀ, ਜੰਗ ਜਿੱਤੀ। ਤਾਂ ਜਿਵੇਂ ਅੱਜ ਕੱਲ੍ਹ ਕੀ ਨਾਮ ਹੁੰਦੇ ਆ, ਟੀਟੂ, ਪਿੰਕੀ, ਠੀਕ ਹੈ, ਰਾਜੂ ਜਾਂ ਕੁਝ ਹੋਰ ਨਾਮ ਹੁੰਦੇ ਆ। ਮੰਨ ਲਓ ਉਸ ਟਾਈਮ ਤੇ ਇਦਾਂ ਦੇ ਨਾਮ ਹੁੰਦੇ ਤਾਂ ਰੋਹਬ ਪੈਂਦਾ। ਮੰਨ ਲਓ ਉਸ ਟਾਈਮ ਤੇ ਮੰਨ ਲਓ ਅਹਿਮਦ ਸ਼ਾਹ ਜਿਹੜਾ ਅਬਦਾਲੀ ਦਾ ਜਿਹੜਾ ਪੋਤਰਾ ਸ਼ਾਹਜਮਾਨ, ਉਹਨੂੰ ਆਪਾਂ ਜਾ ਕੇ ਕਹਿੰਦੇ ਬਾਹਰ ਨਿਕਲੋ ਸ਼ਾਹਜਮਾਨ ਤੈਨੂੰ, ਠੀਕ ਹੈ ਜੀ, ਰਿੰਕੂ ਦਾ ਪੋਤਰਾ ਟੀਟੂ ਲਲਕਾਰਦਾ, ਠੀਕ ਹੈ। ਸੌਰੀ ਜੇ ਕਿਸੇ ਦਾ ਨਾਮ ਇਹ ਹੈਗਾ, ਮੈਂ ਇਹ ਨਹੀਂ ਕਹਿੰਦਾ ਨਾਮ ਮਾੜੇ ਆ, ਬਟ ਨਾਮ ਦੇ ਵਿੱਚ ਵਜਨ ਹੋਣਾ ਬਹੁਤ ਜ਼ਰੂਰੀ ਆ। ਦੇਖੋ ਆਪਾਂ ਆਪਣੇ ਜਿਹੜੇ ਬਜ਼ੁਰਗ ਹੈਗੇ ਸੀਗੇ ਉਹ ਬੜਾ ਸੋਚ ਸਮਝ ਕੇ ਨਾਮ ਰੱਖਦੇ ਸੀ। ਆਪਾਂ ਇਹ ਚੀਜ਼ਾਂ ਤੋਂ ਦੂਰ ਜਾ ਰਹੇ ਹਾਂ। ਆਪਾਂ ਘਰ ਦੇ ਵਿੱਚ ਜੇ ਬੱਚੇ ਦਾ ਨਾਮ ਮੰਨ ਲਓ ਕੋਈ ਰੱਖਿਆ, ਪ੍ਰੋਪਰ ਨਾਮ ਵੀ ਰੱਖਿਆ, ਮੰਨ ਲਓ ਮੇਰਾ ਨਾਮ ਬਲਜਿੰਦਰ ਸਿੰਘ ਆ, ਮੈਨੂੰ ਘਰ ਦੇ ਵਿੱਚ ਬਲਜਿੰਦਰ ਸਿੰਘ ਨਹੀਂ ਬੁਲਾਉਣਗੇ, ਛੋਟੇ ਨਾਮ ਨਾਲ ਬੁਲਾਉਣਗੇ, ਜਦ ਕਿ ਆਪਾਂ ਨੂੰ ਪੂਰੇ ਨਾਮ ਨਾਲ ਬੁਲਾਉਣਾ ਚਾਹੀਦਾ, ਸਿੰਘ ਨਾਲ ਬੁਲਾਉਣਾ ਚਾਹੀਦਾ। ਕਈ ਫੈਮਲੀਆਂ ਅਜੇ ਵੀ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਪ੍ਰੋਪਰ ਨਾਮ ਨਾਲ ਬੁਲਾਉਂਦੀਆਂ। ਤਾਂ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਇਹ ਚੀਜ਼ ਨੂੰ ਮਾੜਾ ਜਿਹਾ ਅਪਣਾਓ। ਮੈਂ ਵੀ ਕੋਸ਼ਿਸ਼ ਕਰ ਰਿਹਾ, ਮੈਂ ਵੀ ਪੂਰਾ ਨਹੀਂ ਹੈਗਾ, ਮੈਂ ਤੁਹਾਨੂੰ ਐਵੇਂ ਕਹਾਂ ਮੈਂ ਵੀ ਆਪਣੇ ਬੇਟੇ ਨੂੰ ਛੋਟੇ ਨਾਮ ਨਾਲ ਹੀ ਬੁਲਾ ਲੈਂਦਾ ਕਈ ਵਾਰੀ, ਪਰ ਮੈਂ ਕੋਸ਼ਿਸ਼ ਕਰ ਰਿਹਾ। ਤਾਂ ਦੇਖੋ ਚੰਗੀ ਗੱਲ ਦੱਸਣੀ ਜ਼ਰੂਰੀ ਹੁੰਦੀ ਹੈ, ਅੱਗੇ ਅਪਣਾਉਣੀ ਜਾਂ ਨਾ ਅਪਣਾਉਣੀ ਆਪਦੇ ਹੱਥ ਦੇ ਵਿੱਚ ਹੁੰਦੀ ਹੈ। ਤਾਂ ਪਲੀਜ਼ ਇਹ ਚੀਜ਼ਾਂ ਨੂੰ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ, ਬਹੁਤ ਵਧੀਆ ਰਹੋਗੇ। ਤਾਂ ਅੱਛਾ ਜੀ, ਇਹਨਾਂ ਨੇ ਜਾ ਕੇ ਉੱਥੇ ਲਲਕਾਰਤਾ ਤਾਂ ਉਹ ਭੱਜ ਗਿਆ ਸੀ ਸ਼ਾਹਜਮਾਨ, ਠੀਕ ਹੈ ਜੀ। ਉਹਨੇ ਪੰਜਾਬ ਦੇ ਵਿੱਚ ਬੜੀ ਲੁੱਟਮਾਰ ਕੀਤੀ, 1-2 ਵਾਰੀ ਉਹਨੇ ਵੀ ਹਮਲੇ ਕੀਤੇ। ਤਾਂ ਕਹਿੰਦੇ ਜੀ ਜਿਹੜੇ ਸਾਰੇ ਮੁਖੀ ਸੀਗੇ, ਜਿਹੜੇ ਮੁਸਲਾਂ ਦੇ ਵੱਖਰੇ ਵੱਖਰੇ ਮੁਖੀ ਸੀਗੇ, ਉਹ ਅਫਗਾਨਾਂ ਨਾਲ ਲੜਨ ਤੋਂ ਥੋੜਾ ਜਿਹਾ ਡਰਨ ਲੱਗ ਗਏ ਸੀਗੇ। ਬਟ ਜਿਹੜੀ ਸਦਾ ਕੌਰ ਸੀਗੇ, ਜਿਹੜੇ ਇਹਨਾਂ ਦੇ ਸੱਸ ਸੀਗੇ, ਰਣਜੀਤ ਸਿੰਘ ਨੂੰ ਕਿਹਾ ਵੀ ਤੂੰ ਅੰਮ੍ਰਿਤਸਰ ਵਿੱਚ ਨਾ ਸਰਬਤ ਖਾਲਸਾ ਦਾ ਇਕੱਠ ਕੀਤਾ ਜਾਵੇ। ਇਕੱਠ ਦਾ ਮਤਲਬ ਕੀ ਹੁੰਦਾ ਕਿ ਖਾਲਸਾ, ਸਰਬਤ ਖਾਲਸਾ ਕਾਹਦੇ ਵਾਸਤੇ ਬੁਲਾਉਣੇ ਆਪਾਂ? ਇਕੱਠ ਕਰਨ ਵਾਸਤੇ, ਕੋਈ ਪੰਥਕ ਇਕੱਠ ਕਰਦੇ ਆਪਾਂ, ਹਨਾ।
ਤਾਂ ਖਾਲਸਾ ਦੇ ਅੱਗੇ ਇਹਨਾਂ ਨੇ ਸਦਾ ਕੌਰ ਜੀ ਨੇ ਕਿਹਾ ਸੀ, ਕਹਿੰਦੇ ਜੀ ਖਾਲਸਾ ਜੀ ਜੇਕਰ ਤੁਹਾਡੇ ਵਿੱਚ ਲੜਨ ਦੀ ਹਿੰਮਤ ਨਹੀਂ ਹੈਗੀ ਤਾਂ ਮੈਂ ਪੰਜਾਬ ਦੀ ਆਣ ਲਈ ਲੜਦੇ ਲੜਦੇ ਜਾਨ ਦੇ ਦੇਵਾਂਗੀ। ਸਦਾ ਕੌਰ ਨੇ ਇਹ ਗੱਲ ਕਹੀ। ਉਦੋਂ ਇੱਕ ਲੇਡੀਜ਼ ਇੰਨੀ ਗੱਲ ਕਹਿ ਰਹੀ ਹੈ ਤਾਂ ਦੇਖੋ ਬਾਕੀ ਸਾਰੇ ਸਰਦਾਰ ਵੀ ਕੀ ਹੋ ਗਏ, ਤਿਆਰ ਹੋ ਗਏ ਉਹਨਾਂ ਨਾਲ, ਠੀਕ ਹੈ, ਸਹਿਮਤ ਹੋ ਗਏ ਵੀ ਹਾਂ ਅਸੀਂ ਲੜਾਂਗੇ ਅਫਗਾਨਾਂ ਦੇ ਨਾਲ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਕੀ ਹੋ ਗਏ, ਉਹ ਐਗਰੀ ਹੋ ਗਏ ਵੀ ਅਸੀਂ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ। ਤਾਂ ਸਦਾ ਕੌਰ ਨੇ ਕਹਿੰਦੇ ਜੀ ਰਣਜੀਤ ਸਿੰਘ ਲਈ ਸ਼ੁਭ ਹੀ ਨਹੀਂ ਸੀ ਬਲਕਿ ਉਹਨਾਂ ਦੀ ਕਿਸਮਤ ਦੀ ਦੇਵੀ ਸੀਗੇ। ਕਹਿਣ ਦਾ ਮਤਲਬ ਕਿ ਮੇਨ ਰੋਲ ਜਿਹੜਾ ਪਲੇ ਕੀਤਾ ਸਦਾ ਕੌਰ ਨੇ ਹੀ ਕੀਤਾ। ਤਾਂ ਸਦਾ ਕੌਰ ਜੀ ਨੇ ਕਹਿੰਦੇ ਜੀ ਆਪਣੇ ਸਹੁਰੇ ਦੀ 89 ਦੇ ਵਿੱਚ ਮੌਤ ਹੋ ਗਈ ਸੀ, ਜਿਹੜਾ ਜੰਮੂ ਕਨਫਲਿਕਟ ਹੋਇਆ। ਤਾਂ ਉਸ ਤੋਂ ਬਾਅਦ ਜਿਹੜੇ ਘਨੱਈਆ ਮਿਸਲ ਹੈ, ਘਨੱਈਆ ਮਿਸਲ ਦੇ ਸਰਦਾਰ ਕੌਣ ਬਣ ਗਏ ਸੀਗੇ, ਉਹੀ ਬਣੇ ਸੀ ਸਦਾ ਕੌਰ ਜੀ। ਤਾਂ ਮਤਲਬ ਕਹਿਣ ਦਾ ਮਤਲਬ ਕਿ ਆਟੋਮੈਟਿਕਲੀ ਜਿਹੜੀ ਘਨੱਈਆ ਮਿਸਲ ਹੈ ਉਹ ਕਿਹਦੇ ਵਿੱਚ ਆ ਗਈ ਹੈ, ਸ਼ੁਕਰ ਚੱਕੀਆ ਮਿਸਲ ਦੇ ਵਿੱਚ ਆ ਗਈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਆ ਗਈ ਸੀਗੀ, ਠੀਕ ਹੈ ਜੀ। ਤਾਂ ਅੱਗੇ ਆਪਾਂ ਗੱਲ ਕਰੀਏ ਸਦਾ ਕੌਰ ਦੇ ਕਹਿੰਦੇ ਕਹਿਣ ਤੇ ਰਣਜੀਤ ਸਿੰਘ ਨੇ 19 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਫੌਜ ਦੀ ਕਮਾਂਡ ਸੰਭਾਲਣ ਲਈ ਚੋਣ ਹੋਈ ਸੀਗੀ। ਕਿਉਂਕਿ ਦੇਖੋ ਹਰੇਕ ਚੀਜ਼ ਦਾ ਕੋਈ ਨਾ ਕੋਈ ਕੀ ਹੁੰਦਾ, ਰੂਲ ਰੈਗੂਲੇਸ਼ਨ ਹੁੰਦਾ ਸੀ। ਇਹ ਨਹੀਂ ਕਿ ਜੇ ਮੰਨ ਲਓ ਕਿ ਉਹ ਚੜ੍ਹਤ ਸਿੰਘ ਦਾ ਮੁੰਡਾ ਤਾਂ ਇਹਨੂੰ ਬਣਾ ਦਿਓ ਚੱਕ ਕੇ, ਹਨਾ, ਫੌਜ ਦਾ ਕਮਾਂਡਰ। ਨਾ, ਪ੍ਰੋਪਰ ਚੋਣ ਹੁੰਦੀ ਸੀ, ਦੇਖਦੇ ਸੀ ਵੀ ਉਹਦੇ ਵਿੱਚ ਗੁਣ ਹੈ ਵੀ ਆ ਕਿ ਨਹੀਂ ਹੈਗੇ, ਠੀਕ ਹੈ, ਬਣਨ ਯੋਗ ਹੈ ਵੀ ਆ ਕਿ ਨਹੀਂ ਹੈਗਾ। ਤਾਂ ਅੱਗੇ ਗੱਲ ਕਰਦੇ ਹਾਂ ਜੀ। ਲੇਕਿਨ ਜਿਹੜਾ ਚੀਜ਼ ਪੋਸੀਬਲ ਹੋਈ ਆ ਸਦਾ ਕੌਰ ਕਰਕੇ ਹੀ ਹੋਈ ਆ। ਕਹਿੰਦੇ ਜੀ ਰਣਜੀਤ ਸਿੰਘ ਜੀ ਨੇ ਕਹਿੰਦੇ 1797 ਤੇ 98 ਦੇ ਵਿੱਚ ਸ਼ਾਹ ਜਮਾਨ ਨੂੰ ਹਰਾਇਆ। ਤੁਹਾਨੂੰ ਮੈਂ ਦੱਸਿਆ ਵੀ ਕਿਲੇ ਦੇ ਬਾਹਰ ਜਾ ਕੇ ਲਲਕਾਰਾ ਮਾਰਿਆ ਸੀ ਵੀ ਬਾਹਰ ਨਿਕਲ, ਠੀਕ ਹੈ ਜੀ। ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਲਲਕਾਰਦਾ। ਬਸ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੂੰ ਕਿਉਂ ਲੋਕਾਂ ਨੂੰ ਮਾਰਦਾ, ਜੇ ਲੜਨਾ ਤਾਂ ਮੇਰੇ ਨਾਲ ਲੜ, ਆਪਾਂ ਦੋ ਦੋ ਹੱਥ ਕਰ ਲੈਨੇ ਆ, ਠੀਕ ਹੈ ਜੀ। ਦੋ ਦੋ ਹੱਥ ਫਿਰ ਕੀਤੇ ਤੇ ਭਜਾਇਆ ਵੀ ਉਹਨੂੰ, ਠੀਕ ਹੈ ਜੀ, ਸ਼ਾਹ ਜਮਾਨ ਨੂੰ। ਤਾਂ ਕਹਿੰਦੇ ਜੀ ਫਿਰ ਕਹਿੰਦੇ ਇਸ ਤੋਂ ਬਾਅਦ ਘਨੱਈਆ ਮਿਸਲ ਨਾਲ ਮਿਲ ਕੇ ਕਹਿੰਦੇ ਜੀ ਜਿਹੜੇ ਭੰਗੀ ਸ਼ਾਸਕ ਸੀਗੇ, ਜਿਹੜੇ ਭੰਗੀ ਮਿਸਲ ਸੀ ਨਾ, ਉਹ ਬਾਅਦ ਦੇ ਵਿੱਚ ਗਲਤ ਹੋ ਗਏ ਸੀ ਕਿਉਂਕਿ ਉਹ ਭੰਗ ਪੀਣਾ ਸ਼ੁਰੂ ਕਰਨ ਲੱਗ ਗਏ ਸੀ। ਉਹ ਬਹੁਤ ਗਲਤ ਮਤਲਬ ਕਿ ਨੀਤੀਆਂ ਹੋ ਗਈਆਂ ਸੀ ਉਹਨਾਂ ਦੀਆਂ। ਤਾਂ ਫਿਰ ਉਹਨਾਂ ਨੂੰ ਮਜਬੂਰਨ ਕੀ ਕਰਨਾ ਪਿਆ, ਭੰਗੀ ਸ਼ਾਸਕਾਂ ਨੂੰ ਹਰਾਉਣਾ ਪਿਆ। ਤੇ 1799 ਵਿੱਚ ਕਹਿੰਦੇ ਲਾਹੌਰ ਤੋਂ ਬਾਹਰ ਕੱਢਤਾ ਸੀਗਾ ਭੰਗੀ ਮਿਸਲ ਨੂੰ, ਕਿਉਂਕਿ ਇਹ ਗਲਤ ਚੱਲਣ ਲੱਗ ਗਏ ਸੀ। ਇਹ ਖਾਲਸਾ ਜਿਵੇਂ ਜਿਹੜੇ ਰੂਲ ਰੈਗੂਲੇਸ਼ਨ ਸੀਗੇ ਜਾਂ ਖਾਲਸੇ ਦੇ ਜਿਹੜੇ ਕੀ ਸੀਗੇ ਸਿਧਾਂਤ ਸੀਗੇ ਉਹ ਤੋਂ ਉਲਟ ਚੱਲਣਾ ਸ਼ੁਰੂ ਕਰ ਗਏ ਸੀਗੇ, ਠੀਕ ਹੈ ਜੀ। ਇਹ ਤਾਂ ਹਰੀ ਸਿੰਘ ਭੰਗੀ ਨੂੰ ਫਿਰ ਕਤਲ ਕਰ ਦਿੱਤਾ ਗਿਆ ਸੀਗਾ। ਤਾਂ ਉਹ ਚਲੋ ਬਾਅਦ ਦੀਆਂ ਗੱਲਾਂ, ਇੰਨਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਕਹਿੰਦੇ ਜੀ ਬਾਅਦ ਦੇ ਵਿੱਚ ਕਹਿੰਦੇ ਜਿਹੜੇ ਬਾਕੀ ਸਾਲ ਜਿਹੜੇ ਹੈਗੇ, ਕਹਿੰਦੇ ਜੀ ਪੰਜਾਬ ਦਾ ਸਤਲੁਜ ਤੋਂ ਲੈ ਕੇ ਜੇਹਲਮ ਤੱਕ ਦਾ ਜਿਹੜਾ ਖੇਤਰ ਸੀਗਾ ਕਿਹਦੇ ਕੋਲੇ ਆ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਦੇ ਵਿੱਚ ਆ ਗਿਆ। ਕਹਿਣ ਦਾ ਮਤਲਬ ਸਿੱਖ ਸਮਰਾਜ ਦੀ ਨੀਂਹ ਰੱਖਣੀ ਸ਼ੁਰੂ ਹੋ ਗਈ ਸੀਗੀ। ਤਾਂ ਇਸ ਤਰ੍ਹਾਂ ਦੇਖੋ ਜਿਹੜੀਆਂ ਤਾਂ ਮਿਸਲਾਂ ਆਪਣੇ ਆਪ ਮੰਨ ਗਈਆਂ ਵੀ ਹਾਂ ਮੈਂ ਤੁਹਾਡੇ ਅੰਡਰ ਆਉਣੀ ਆ, ਰਣਜੀਤ ਸਿੰਘ ਜੀ ਦੇ ਅੰਡਰ ਆ ਗਈਆਂ, ਜਿਹੜੀਆਂ ਨਹੀਂ ਮੰਨੀਆਂ ਉਹਨਾਂ ਨੂੰ ਕੀ ਕੀਤਾ ਹੁਣ ਮਹਾਰਾਜਾ ਰਣਜੀਤ ਸਿੰਘ ਨੇ, ਜਿੱਤ ਲਿਆ, ਲੜਾਈ ਕਰਕੇ ਜਿੱਤ ਲਿਆ ਗਿਆ। ਤਾਂ ਕਹਿੰਦੇ ਜੀ ਸਦਾ ਕੌਰ ਨੇ ਆਪ ਜੀ ਦੀ ਅਸੀਮ ਤਾਕਤ ਨੂੰ ਪੰਜਾਬ ਵਿੱਚ ਸੰਗਠਿਤ ਕਰਨ ਵਿੱਚ ਵਰਤਣ ਲਈ ਪ੍ਰੇਰਿਤ ਕੀਤਾ। ਤੇ ਆਪ ਜੀ ਦੇ ਸ਼ੁਰੂਆਤੀ ਸਾਲ ਜੋ ਕਿ ਜੰਗਾਂ ਲੜਨ ਤੇ ਜਿੱਤਣ ਵਿੱਚ ਬੀਤੇ ਤੇ ਆਪ ਜੀ ਦੀ ਕਾਫੀ ਮਦਦ ਕੀਤੀ ਸਦਾ ਕੌਰ ਜੀ ਨੇ। ਤਾਂ ਇਸ ਤੋਂ ਬਾਅਦ ਕਹਿੰਦੇ ਗੱਲ ਕਰਦੇ ਆ ਜੀ। ਕਹਿੰਦੇ ਜੀ 1798 ਈਸਵੀ ਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਰਾਜਨੀਤਿਕ ਹਾਲਾਤ ਸੀਗੇ ਕਾਫੀ ਗੁੰਝਲਦਾਰ ਸੀਗੇ। ਤੇ ਕੁਝ ਮਿਸਲਾਂ ਰਣਜੀਤ ਸਿੰਘ ਜੀ ਦੀ ਵਾਧੀ ਤਾਕਤ ਨੂੰ ਵੇਖ ਕੇ ਡਰ ਦਾ ਭਾਵ ਪੈਦਾ ਹੋ ਗਿਆ ਵੀ ਹਾਂ ਜੀ ਰਣਜੀਤ ਸਿੰਘ ਦੀ ਚੜ੍ਹਾਈ ਜ਼ਿਆਦਾ ਹੋ ਰਹੀ ਹੈ, ਜਿਵੇਂ ਕਿ ਭੰਗੀ ਮਿਸਲ, ਘਨੱਈਆ ਮਿਸਲ, ਨਕਈ ਮਿਸਲ, ਆਲੂ ਵਾਲੀਆ ਮਿਸਲ। ਤਾਂ ਇਸ ਕਰਕੇ ਕੀ ਹੋਇਆ ਉਸ ਤੋਂ ਬਾਅਦ ਕੀ ਹੈ ਜੀ, ਕਨਫਲਿਕਟ ਹੋਣ ਲੱਗ ਗਏ। ਤੇ ਕਹਿੰਦੇ ਜੀ ਮਹਿਤਾਬ ਕੌਰ ਨਾਲ ਜਦੋਂ ਵਿਆਹ ਹੋ ਗਿਆ ਸੀ ਉਹ ਤਾਂ ਚਲੋ ਆਟੋਮੈਟਿਕਲੀ ਜਿਹੜੀ ਘਨੱਈਆ ਨਹੀਂ ਹੈ, ਘਨੱਈਆ ਮਿਸਲ ਹੈ, ਠੀਕ ਹੈ ਜੀ। ਜਿਹੜੀ ਘਨੱਈਆ ਮਿਸਲ ਸੀ ਉਹ ਤੇ ਤਾਂ ਆਪਣੇ ਆਪ ਹੀ ਕਬਜ਼ਾ ਹੋ ਗਿਆ ਕਿਉਂਕਿ ਰਾਜ ਕੌਰ ਕੀ ਨੇ ਨਾਲ ਹੀ ਨੇ, ਇਹਨਾਂ ਦੇ ਨਾਲ ਹੀ ਨੇ, ਠੀਕ ਹੈ ਜੀ। ਤਾਂ ਇਹਦੇ ਕੋਈ ਚੱਕਰ ਨਹੀਂ ਪਿਆ। ਲੇਕਿਨ ਜਿਹੜੀਆਂ ਬਾਕੀ ਮਿਸਲਾਂ ਸੀਗੀਆਂ, ਠੀਕ ਹੈ ਜੀ, ਜਿਹੜੀਆਂ ਬਾਕੀ ਮਿਸਲਾਂ ਸੀਗੀਆਂ ਜਾਂ ਤਾਂ ਕਹਿੰਦੇ ਜੀ ਜਿਹੜੀ ਆਲੂ ਵਾਲੀਆ ਮਿਸਲ ਸੀਗੀ ਜਿਹਦੇ ਵਿੱਚ ਫਤਿਹ ਸਿੰਘ ਆਲੂ ਵਾਲੀਆ ਜੀ ਸੀਗੇ, ਉਹਨਾਂ ਨੇ ਆਪਣੇ ਆਪ ਪੱਗ ਵਟਾਲੀ ਤੇ ਇਹਨਾਂ ਦੇ ਦੋਸਤ ਬਣ ਗਏ। ਲੇਕਿਨ ਜਿਹੜੀਆਂ ਬਾਕੀ ਮਿਸਲਾਂ ਸੀਗੀਆਂ ਜਾਂ ਤਾਂ ਇਹਨਾਂ ਨੇ ਜਿੱਤ ਲੀਆਂ ਜਾਂ ਫਿਰ ਕੀ ਲੈ ਲਈਆਂ, ਆਪਣੇ ਅਧਿਕਾਰ ਦੇ ਅੰਡਰ ਲੈ ਲਈਆਂ, ਆਪਣੇ ਖੇਤਰ ਦੇ ਅੰਡਰ ਲੈ ਲਈਆਂ। ਕਹਿਣ ਦਾ ਮਤਲਬ ਜਿਨ੍ਹਾਂ ਨੂੰ ਇੱਕ ਪ੍ਰਸਤਾਵ ਦੇਤਾ ਵੀ ਹਾਂ ਭਾਈ ਆਪਣੇ ਆਪ ਆਉਣਾ ਤਾਂ ਆਪਣੇ ਆਪ ਆ ਜਾਓ, ਨਹੀਂ ਫਿਰ ਕੀ ਹੋਊਗੀ, ਲੜਾਈ ਹੋਊਗੀ, ਲੜਾਈ ਫਿਰ ਹੋਣੀ ਸੀ ਤੇ ਫਿਰ ਜਿੱਤਣਾ ਹੀ ਜਿੱਤਣਾ ਸੀਗਾ ਰਣਜੀਤ ਸਿੰਘ ਨੇ। ਤਾਂ ਆਟੋਮੈਟਿਕਲੀ ਕੀ ਹੋ ਗਈਆਂ, ਜਿਹੜੀਆਂ 12 ਦੀਆਂ 12 ਮਿਸਲਾਂ ਸੀਗੀਆਂ ਮਰਜ ਹੋ ਗਈਆਂ ਕਿਹਦੇ ਵਿੱਚ, ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਸਾਰਾ ਕੁਝ ਸੀਗਾ। ਤਾਂ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਪੰਜਾਬ ਦੇ 12 ਮਿਸਲਾਂ ਨੂੰ ਸੰਗਠਨ ਕਰਨ ਉਪਰੰਤ ਇੱਕ ਰਾਜ ਬਣਾਉਣ ਮਗਰੋਂ 12 ਅਪ੍ਰੈਲ, ਦੇਖੋ ਜਦੋਂ 12 ਮਿਸਲਾਂ ਨੂੰ ਇਕੱਠੇ ਕਰ ਲਿਆ ਤਾਂ ਆਹ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਡੇਟ ਹੈ, ਯਾਦ ਰੱਖਣੀ ਹੈ। 12 ਅਪ੍ਰੈਲ 1801 ਵਿਸਾਖੀ ਦਾ ਦਿਨ ਸੀਗਾ ਤੇ ਜਗ੍ਹਾ ਸੀਗੀ ਲਾਹੌਰ। ਤੇ ਉੱਥੇ ਕੀ ਕੀਤਾ ਜੀ, ਇਹਨਾਂ ਦੀ ਤਖਤੋਪੋਸ਼ ਕੀਤੀ ਗਈ, ਤਖਤ ਨਸ਼ੀਨ ਕੀਤੀ ਗਈ ਕਿਹਦੀ, ਮਹਾਰਾਜਾ ਰਣਜੀਤ ਸਿੰਘ ਜੀ। ਤੇ ਉੱਥੇ ਇਹਨਾਂ ਦਾ ਵਰਡ ਲੱਗ ਗਿਆ ਅੱਗੇ ਮਹਾਰਾਜਾ, ਠੀਕ ਹੈ ਜੀ। ਤੇ ਰਾਜਧਾਨੀ ਕਿਹਨੂੰ ਬਣਾ ਲਿਆ, ਲਾਹੌਰ ਨੂੰ ਬਣਾ ਲਿਆ, ਠੀਕ ਹੈ ਜੀ, 1801 ਦੇ ਵਿੱਚ। ਤਾਂ ਯਾਦ ਰੱਖ ਲਿਓ, ਠੀਕ ਹੈ। ਤਾਂ ਕਈ ਜਗ੍ਹਾ ਤੇ ਇਤਿਹਾਸ ਦਾ ਜ਼ਿਕਰ ਆਉਂਦਾ 1799 ਦੇ ਵਿੱਚ ਬਣਾਇਆ ਗਿਆ, ਚਲੋ ਕੋਈ ਚੱਕਰ ਨਹੀਂ ਹੈਗਾ। ਤੁਸੀਂ ਬਸ ਮੇਨ ਤਖਤ ਜਿਹੜੀ ਇਹਨਾਂ ਦਾ ਮਤਲਬ ਕਿ ਕੀਤਾ ਗਿਆ, ਤਖਤਪੋਸ਼ ਕੀਤਾ ਗਿਆ, ਜਿਹੜਾ ਮਹਾਰਾਜਾ ਦਾ ਖਿਤਾਬ ਦਿੱਤਾ ਗਿਆ 1801 ਨੂੰ ਦਿੱਤਾ ਗਿਆ ਸੀਗਾ ਵਿਸਾਖੀ ਵਾਲੇ ਦਿਨ 12 ਅਪ੍ਰੈਲ ਲਾਹੌਰ ਵਿਖੇ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਫਿਰ ਇਸ ਤੋਂ ਬਾਅਦ ਕੀ ਹੋਇਆ, ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿੱਤ ਦਾ ਅਸਲ ਦੌਰ ਸ਼ੁਰੂ ਹੋਇਆ ਕਿਉਂਕਿ 12 ਮਿਸਲਾਂ ਇਕੱਠੀਆਂ ਹੋ ਗਈਆਂ। ਤਾਂ ਕਹਿਣ ਦਾ ਮਤਲਬ ਇੱਕ ਤੇ ਇੱਕ 11 ਹੁੰਦੇ ਤਾਂ ਫਿਰ ਵੀ 12 ਸੀਗੇ, ਠੀਕ ਹੈ।
ਤਾਂ ਹਾਸੇ ਵਾਲੀ ਗੱਲ ਨਹੀਂ ਹੈ, ਮਤਲਬ ਬਹੁਤ ਤਾਕਤਵਰ ਹੋ ਗਏ ਸੀਗੇ। ਤਾਂ ਕਹਿੰਦੇ ਜੀ ਫਿਰ ਉਹ ਨਹੀਂ ਰੁਕੇਗੇ, ਫਿਰ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਇੱਕ ਤੋਂ ਬਾਅਦ ਇੱਕ ਜਿੱਤਦੇ ਗਏ ਤੇ ਪੰਜਾਬ ਦਾ ਨਾਂ ਜਿੱਤ ਲਿਆ ਤੇ ਉਹਨਾਂ ਨੇ ਮੁੱਖ ਜਿੱਤਾਂ ਹੇਠ ਲਿਖੇ ਅਨੁਸਾਰ ਹੈ। ਤਾਂ ਇਹ ਹੈਗੀਆਂ ਜੀ ਰਣਜੀਤ ਸਿੰਘ ਜੀ ਦੀਆਂ ਜਿੱਤਾਂ, ਜਿਹੜੀਆਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ, ਕਿਉਂਕਿ ਇਹ ਵੀਡੀਓ ਲੰਬੀ ਹੋ ਜਾਊਗੀ। ਜੇ ਵੀਡੀਓ ਲੰਬੀ ਹੋ ਗਈ ਤੁਸੀਂ ਸੋ ਸਕਦੇ ਆ, ਤੁਸੀਂ ਇੰਟਰਸਟ ਲੂਜ਼ ਕਰ ਸਕਦੇ ਆ। ਤਾਂ ਅਗਲੀ ਵਾਰ ਦੇਖਾਂਗੇ ਕਿਹੜੀਆਂ ਕਿਹੜੀਆਂ ਜਿੱਤਾਂ ਹੋਈਆਂ। ਤੇ ਇੱਕ ਅੰਮ੍ਰਿਤਸਰ ਦੀ ਜਿਹੜੀ ਸੰਧੀ ਹੈਗੀ, ਜਿੱਤੋਂ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਉਹਦੇ ਬਾਰੇ ਵੀ ਆਪਾਂ ਪੜਾਂਗੇ ਡਿਟੇਲ ਦੇ ਵਿੱਚ। ਆਈ ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ। ਹੁਣ ਆਪਾਂ ਚੱਲਦੇ ਚੱਲਦੇ, ਮਤਲਬ ਕਿ ਚੱਲਦੇ ਚੱਲਦੇ ਦਾ ਮਤਲਬ ਹੁੰਦਾ ਟੂ ਬੀ ਕੰਟੀਨਿਊ। ਤਾਂ ਅਗਲੀ ਵਾਰੀ ਆਪਾਂ ਕਰਾਂਗੇ ਇੱਥੋਂ ਹੀ ਕੰਟੀਨਿਊ। ਪਲੀਜ਼ ਜੇ ਨਹੀਂ ਕਿਸੇ ਨੇ ਵੀਡੀਓ ਦੇਖੀਆਂ ਤਾਂ ਪਿਛਲੀਆਂ ਵੀਡੀਓ ਜ਼ਰੂਰ ਦੇਖ ਲਿਓ, ਤਾਂ ਤੁਹਾਨੂੰ ਪੜ੍ਹਨ ਦੇ ਵਿੱਚ ਮਜ਼ਾ ਵੀ ਆਊਗਾ, ਤੁਹਾਨੂੰ ਚੀਜ਼ਾਂ ਸਮਝ ਵੀ ਲੱਗਣਗੀਆਂ। ਤਾਂ ਆਈ ਹੋਪ ਤੁਹਾਡੇ ਵਾਸਤੇ ਮੈਂ ਦੇਖੋ ਕੋਸ਼ਿਸ਼ ਕੀਤੀ ਹੈ, ਬਟ ਇਹ ਮੈਂ ਕੋਸ਼ਿਸ਼ ਕਰੂੰਗਾ ਵੀ ਕੰਟੀਨਿਊਟੀ ਤੁਹਾਨੂੰ ਵੀਡੀਓ ਮਿਲੇ, ਨਹੀਂ ਤਾਂ ਇੱਕ ਦਿਨ ਛੱਡ ਕੇ ਤਾਂ ਪੱਕਾ ਮਿਲੂਗੀ ਇਹ ਵੀਡੀਓ। ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਮੈਨੂੰ એનર્ਜੀ ਮਿਲਦੀ ਰਹੇ ਤੁਹਾਡੇ ਕਮੈਂਟਾਂ ਤੋਂ, ਤੁਹਾਡੇ ਲਾਈਕਸ ਤੋਂ, ਤੁਹਾਡੇ ਸ਼ੇਅਰ ਤੋਂ। ਤੇ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਫ੍ਰੀ ਕੰਟੈਂਟ ਪਾਉਣ ਵਾਸਤੇ। ਗਰੰਟੀ ਹੈ ਜਿਹੜਾ ਕੰਟੈਂਟ ਹੈ ਤੁਹਾਡਾ ਹੈਲਪ ਕਰੂਗਾ ਜਾ ਕੇ ਐਗਜ਼ਾਮ ਦੇ ਵਿੱਚ। ਤਾਂ ਸ਼ੁਕਰੀਆ ਜੀ ਬੇਟਾ, ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਤੁਸੀਂ ਵੀ ਜਿੱਤਦੇ ਰਹੋ, ਤੁਸੀਂ ਵੀ ਜਿੱਤ ਦਾ ਨਿਸ਼ਾਨ ਗੱਡ ਦਿਓ। ਤਾਂ ਇਸ ਵਾਰੀ ਆਪਾਂ ਨੌਕਰੀ ਲੈਣੀ ਹੀ ਲੈਣੀ ਹੈ।